गनीम तेरी सिफत सच्चे पातशाह। निरभौ निर्वैर अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। चक्कर चिहन हर बरन जात हर पात नहिन जेह। रूप रंग हर रेख पेख को कह ना सकत के। अचल मूरत अनभव प्रकाश अमितोज कहिजै। कोट इंद्र इंद्राण साहे साहान गणिजै। तिर भवन महीप सुर नर असुर। नेत नेत बन तृण कहत। त्वै सर्वनाम कथै कवन। करम नाम बरनत सुमत। एक मन पुरख ध्याए बर दाता। संत सहार सदा बिख्याता। तास चरण ले हृदय बसावो। तौ परम गुरु नानक गुण गावो। गावो गुण परम गुरु सुख सागर। दुरत निवारण शब्द सरे। गावह गंभीर धीर मत सागर। जोगी जंगम ध्यान तरे। गावह इंद्राद भगत प्रहलादक। आत्म रस जिन जानियो। कब कल सो जस गावो गुरु नानक। राज जोग जिन माणियो। हमें दृष्ट शुभ करै हरै अग पाप सकल मल। काम क्रोध अर लोभ मोह वस करै सबै बल। सदा सुख मन वसै दुख संसार है खोवै। गुर नव निद दरियाओ जन्म हम काढ़ धोवै। सो कहो टल गुर सेवियै
ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸਚ ਹੋਵੈ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸਚ ਹੋਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਜੁਗਹੁ ਜੁਗ ਅਟਲ चबर छतर तख्त के मालिक दीन दुनिया के वाली साहिब कमाल सतगुरु धन धन श्री गुरु ग्रंथ साहिब जी महाराज। सतगुरु जी की पावन पवित्र छत्र छाया हेठ जुड़ बैठी गुरु स्वरूप साध संगत जी। आप जी समूह गुरसिख संगतां बड़भागी हो। साहिब कमाल सरबंस दानी बाला प्रीतम धन धन श्री गुरु गोबिंद सिंह साहिब सच्चे पातशाह जी महाराज। आप जी दे पावन पवित्र प्रकाश स्थान तख्त श्री हरमंदर जी पटना साहिब विखे सतगुरां दी पावन हजूरी अंदर गुरु प्रेम अंदर भिज बैठे हो। सत संगत दियां सुभागड़ियां साहिब जी ने बख्शिश कीतियां हन। सत संगत जो परमेश्वर दे नाम दी शक्ति नूं पैदा करदी है। जिथे साडा इष्ट उपस्थित होवे, जिथे साडा इष्ट बैठा होवे, जिथे इष्ट दी गल कीती जावे, इष्ट दी आराधना कीती जावे, उसे दा ही सिमरन कीता जावे।
ਐਸੀ ਸਤ ਸੰਗਤ ਮਨੁੱਖ ਦੇ ਕੀਤੇ ਜਨਮਾਂ ਜਨਮਾਂਤਰਾਂ ਦੇ ਪਾਪ ਅੰਦਰੋਂ ਧੋ ਦਿੰਦੀ ਹੈ। ਇੱਕ ਸ਼ਬਦ ਵਰਤਿਆ ਜਾਂਦਾ ਸੰਗਤ, ਸੰਗਤ ਇਕੱਠ ਨੂੰ ਕਹਿੰਦੇ ਨੇ। ਇੱਕ ਇਕੱਠ ਹੈ, ਪਰ ਸਤ ਸੰਗਤ ਉਹ ਹੈ ਜਿੱਥੇ ਸਤ ਹੈ, ਜਿੱਥੇ ਸਤਿਗੁਰੂ ਹੈ। ਔਰ ਇਹ ਸਤ ਸੰਗਤ ਦੀ ਪ੍ਰਾਪਤੀ ਜਿਹੜੀ ਆ ਉਹ ਸਤਿਗੁਰਾਂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਸਿੱਖ ਨੂੰ ਹੁੰਦੀ ਆ। ਐਸੀ ਸਤ ਸੰਗਤ ਦੀ ਮਹਿਮਾ ਕਰਦਿਆਂ ਮੇਰੇ ਗੁਰਦੇਵ ਕਹਿੰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇੱਕ ਵਿਦਵਾਨ ਸੱਜਣ ਕਵੀ ਅਨਾਥ ਜੀ ਕਹਿੰਦੇ ਨੇ, ਦੁਨੀਆ ਦੇ ਵਿੱਚ ਬ੍ਰਹਮ ਲੋਕ ਤੋਂ ਲੈ ਕੇ ਧਰਤੀ ਤੱਕ ਜਿੰਨੇ ਵੀ ਸੁੱਖ ਅਰ ਪਦਾਰਥ ਨੇ, ਉਹਨਾਂ ਪਦਾਰਥਾਂ ਨੂੰ ਮਾਨਣ ਦਾ ਜਿਹੜਾ ਸੁੱਖ ਹੈ ਉਹ ਸਤ ਸੰਗੀ ਨੂੰ ਇੱਕ ਛਿਨ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਸੁੱਖ ਬ੍ਰਹਮ ਲੋਕ ਤੋਂ ਲੈ ਕੇ ਦੁਨੀਆ ਦੇ ਪਦਾਰਥ ਦੇ ਸੁੱਖ ਵਿੱਚੋਂ ਮਨੁੱਖ ਮਾਣਦਾ ਹੈ, ਉਹ ਸਤ ਸੰਗੀ ਇੱਕ ਘੜੀ ਦੀ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਕਰ ਲੈਂਦਾ ਹੈ। ਜੈਸੇ ਮਨੁੱਖ ਕੋਈ ਧਾਰਮਿਕ ਕਰਮ ਕਰਦਿਆਂ ਵੱਡੇ ਵੱਡੇ ਜਗ ਕਰੇ, ਉਸ ਯੱਗ ਨੂੰ ਕਰਨ ਦਾ ਫਲ ਜਿਹੜਾ ਉਹ ਪੈਰ ਪੈਰ ਤੇ ਪ੍ਰਾਪਤ ਹੋ ਜਾਂਦਾ ਹੈ ਜਦੋਂ ਕੋਈ ਸੰਗਤ ਦਾ ਸੰਕਲਪ ਧਾਰ ਕੇ ਸੰਗਤ ਵੱਲ ਚੱਲ ਪੈਂਦਾ ਹੈ। ਇੱਕ ਤਾਂ ਸਤ ਸੰਗਤ ਕਰਨੀ, ਇੱਕ ਸੰਕਲਪ ਕਰਨਾ ਸੰਗਤ ਵਿੱਚ ਜਾਣ ਦਾ। ਸੰਗਤ ਵਿੱਚ ਜਾਣ ਦਾ ਵੀ ਜਿਹੜਾ ਸੰਕਲਪ ਹੈ ਉਹ ਮਨੁੱਖ ਦੇ ਲਈ ਭਾਰੀ ਮਹਾਤਮ ਰੱਖਦਾ। ਸੰਗਤ ਵਿੱਚ ਜਾਣ ਦਾ ਸੰਕਲਪ ਇੱਕ ਮਨੁੱਖ ਨੂੰ ਕਰਮ ਕਰਕੇ ਫਲ ਮਿਲ ਰਹੇ ਆ, ਪ੍ਰਾਪਤ ਹੋ ਰਹੇ ਆ, ਤੇ ਸਤ ਸੰਗੀ ਜਦੋਂ ਸੰਗਤ ਵੱਲ ਚੱਲਦਾ ਉਹਨੂੰ ਉਹਨਾਂ ਕਰਮਾਂ ਦਾ ਫਲ ਹਰੇਕ ਕਦਮ ਕਦਮ ਤੇ ਨਸੀਬ ਹੁੰਦਾ ਹੈ, ਕਦਮ ਕਦਮ ਤੇ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਮੇਰੇ ਗੁਰਦੇਵ ਪਿਤਾ ਜੀ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਬਖਾਣੀ ਹੈ। ਸਭ ਤੋਂ ਉੱਤਮ ਗੁਰੂ ਕੀ ਸੰਗਤ ਹੈ, ਜਿੱਥੇ ਸਾਡਾ ਇਸ਼ਟ ਉਪਸਥਿਤ ਹੋਵੇ, ਜਿੱਥੇ ਇਸ਼ਟ ਬਿਰਾਜਮਾਨ ਹੋਵੇ। ਉਸ ਇਸ਼ਟ ਦੇ ਚਰਨਾਂ ਵਿੱਚ ਬਹਿ ਕੇ ਸਿਮਰਨ ਕਰਨਾ, ਕਥਾ ਕਰਨੀ, ਕੀਰਤਨ ਕਰਨਾ ਅਥਵਾ ਸੁਣਨਾ, ਇਹ ਫਲਦਾਇਕ ਹੈ। ਸਤਿਗੁਰਾਂ ਨੇ ਦਇਆ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜੀ ਨੇ ਸਾਨੂੰ ਸਭਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਹਰੀ ਜਸ ਸਰਵਣ ਕਰਨ ਦਾ ਸੁਭਾਗ ਬਖਸ਼ਿਆ ਹੈ। ਜਿੱਥੇ ਅੰਮ੍ਰਿਤਮਈ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ, ਆਓ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦਇਆ ਕਰਕੇ ਜੋ ਪਾਵਨ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਗੁਰਦੇਵ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਅਦਬ ਸਹਿਤ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਪੰਚਮ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ
ਮੁਬਾਰਕ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਰਾਗ ਧਨਾਸਰੀ ਅੰਦਰ ਸ਼ੋਭਤ ਨੇ। ਚਾਰ ਦਿਸ਼ਾਵਾਂ ਦੇ ਵਿੱਚ ਪ੍ਰਭੂ ਨੇ ਆਪਣਾ ਹੀ ਬਲ ਕੀਤਾ ਹੈ, ਅਰਥਾਤ ਕਿ ਚਾਰ ਦਿਸ਼ਾਵਾਂ ਵਿੱਚ ਜਿਤਨੇ ਜੀਵ ਨੇ ਸਭ ਕੁਝ ਪਰਮੇਸ਼ਰ ਨੇ ਆਪਣੇ ਅਧੀਨ ਹੀ ਕੀਤਾ ਹੈ। ਜੋ ਕੁਝ ਹੈ ਉਹਦੀ ਆਗਿਆ ਵਿੱਚ ਹੈ, ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਅਧੀਨ ਰੱਖਿਆ ਹੈ। ਜੈਸੇ ਕਾਠ ਦੀ ਪੁਤਲੀ ਹੈ, ਉਹਨੂੰ ਖਿਡਾਉਣ ਵਾਲਾ ਕਾਠ ਦੀ ਪੁਤਲੀ ਨੂੰ ਆਪਣੀ ਮਰਜ਼ੀ ਨਾਲ ਖਿਡਾਉਂਦਾ ਹੈ। ਅਸੀਂ ਵੀ ਜਗਤ ਦੇ ਵਿੱਚ ਜਿਤਨੇ ਜੀਵ ਹਾਂ ਕਾਠ ਲਈ ਪੁਤਲੀ ਵਤ ਹਾਂ। ਕਾਠ ਕੀ ਪੁਤਰੀ ਕਹਾ ਕਰੈ ਬਪਰੀ ਖਿਲਾਵਨ ਹਾਰੋ ਜਾਣੈ। ਕਾਠ ਦੀ ਪੁਤਲੀ ਵਿਚਾਰੀ ਕੀ ਕਰ ਸਕਦੀ ਹੈ? ਉਹਨੂੰ ਖਿਡਾਵਣ ਵਾਲਾ ਉਹਨੂੰ ਜਾਣਦਾ ਹੈ। ਅਸੀਂ ਵੀ ਕਾਠ ਦੀ ਪੁਤਲੀ ਵਤ ਹਾਂ, ਸਾਨੂੰ ਜੈਸੇ ਪਰਮੇਸ਼ਰ ਨੇ ਚਲਾਉਣਾ ਵੈਸੇ ਅਸੀਂ ਚੱਲਣਾ ਹੈ। ਅਕਸਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਜੈਸੇ ਮਨੁੱਖ ਕਰਮ ਕਰਦਾ ਹੈ, ਜਿੱਥੇ ਅਸੀਂ ਚੰਗੇ ਕਰਮ ਕਰਦੇ ਹਾਂ ਤੇ ਹੋ ਸਕਦਾ ਹੈ ਮਾੜਾ ਕਰਮ ਵੀ ਉਹ ਕਰਾਉਂਦਾ ਹੋਵੇ। ਅਕਸਰ ਲੋਕ ਕਹਿੰਦੇ ਨੇ ਵੀ ਮਾੜਾ ਕਰਮ ਵੀ ਤਾਂ ਉਹੀ ਕਰਾਉਂਦਾ ਹੋਵੇਗਾ, ਫਿਰ ਸਾਨੂੰ ਦੋਸ਼ ਕਾਹਦਾ, ਜਦੋਂ ਸਭ ਕੁਝ ਹੈ ਹੀ ਉਸੇ ਦੇ ਅਧੀਨ। ਮਨੁੱਖ ਦੀ ਜਿਹੜੀ ਅੰਦਰ ਦੀ ਬਿਰਤੀ ਤੇ ਮਨੁੱਖ ਦਾ ਚੱਲਣਾ ਇਸ ਤਰ੍ਹਾਂ ਹੈ ਜੈਸੇ ਪਾਣੀ ਵਿੱਚ ਮੱਛੀ ਰਹਿੰਦੀ ਹੋਵੇ। ਮੱਛੀ ਪਾਣੀ ਤੋਂ ਬਾਹਰ ਨਿਕਲ ਕੇ ਨਹੀਂ ਜੀ ਸਕਦੀ, ਪਰ ਪਾਣੀ ਵਿੱਚ ਵਿਚਰਨਾ ਵੀ ਮੱਛੀ ਦਾ ਇੱਕ ਹੋਂਦ ਵਿੱਚ, ਇੱਕ ਹੱਦ ਮਰਿਆਦਾ ਵਿੱਚ ਹੁੰਦਾ। ਨਾ ਤਾਂ ਉਹ ਪਾਣੀ ਵਿੱਚੋਂ ਬਾਹਰ ਨਿਕਲ ਸਕਦੀ ਹੈ ਤੇ ਨਾ ਪਾਣੀ ਬਿਨਾਂ ਜੀ ਸਕਦੀ ਹੈ। ਜਿਤਨਾ ਕੁ ਉਹਦਾ ਦਾਇਰਾ ਹੈ ਉਤਨੇ ਕੁ ਦਾਇਰੇ ਵਿੱਚ ਉਹ ਸੁਤੰਤਰ ਨਾਲ ਆਜ਼ਾਦੀ ਨਾਲ ਵਿਚਰ ਸਕਦੀ ਹੈ। ਮਨੁੱਖ ਨੂੰ ਪ੍ਰਮਾਤਮਾ ਨੇ ਸੋਝੀ ਬਖਸ਼ ਕੇ ਚੰਗੇ ਮਾੜੇ ਦੀ, ਪਾਪ ਪੁੰਨ ਦੀ, ਇਹਨੂੰ ਇਤਨੀ ਕੁ ਆਜ਼ਾਦੀ ਦੇ ਦਿੱਤੀ ਹੈ ਕਿ ਕਰਮ ਕਰਨ ਦੀ ਆਜ਼ਾਦੀ ਤੈਨੂੰ ਹੈ, ਪਰ ਤੂੰ ਹੈ ਅਧੀਨ ਉਸੇ ਦੇ। ਪਰ ਇਤਨੀ ਕੁ ਆਜ਼ਾਦੀ ਹੈ ਕਿ ਕਰਮ ਕਰਨ ਵੇਲੇ ਤੂੰ ਇਹ ਸੋਚ ਸਕਦਾ ਹੈ ਕਿ ਇਹ ਮਾੜਾ ਕਰਮ ਹੈ, ਇਹ ਚੰਗਾ ਕਰਮ ਹੈ। ਇਤਨੀ ਕੁ ਆਜ਼ਾਦੀ ਉਹਨੇ ਬਖਸ਼ੀ ਹੈ। ਤੇਰੀ ਮਰਜ਼ੀ ਹੈ ਕਿ ਤੂੰ ਕਰਮ ਕਿਹੜਾ ਕਰਨਾ ਹੈ। ਜਦੋਂ ਕੋਈ ਮਨੁੱਖ ਕਹਿੰਦਾ ਵੀ ਮਾੜਾ ਕਰਮ ਉਸੇ ਨੇ ਕਰਾਇਆ ਤਾਂ ਕੀਤਾ, ਪਰ ਇੱਕ ਉਦਾਹਰਣ ਦਾਸ ਅਕਸਰ ਦਿੰਦਾ ਹੈ ਕਿ ਜ਼ਹਿਰ ਦਾ ਮੈਨੂੰ ਪਤਾ ਹੈ ਕਿ ਇਹ ਜ਼ਹਿਰ ਹੈ, ਮੈਂ ਨਹੀਂ ਖਾਂਦਾ। ਜਦੋਂ ਪਤਾ ਹੈ ਵੀ ਇਹ ਜ਼ਹਿਰ ਖਾਣ ਦੇ ਨਾਲ ਮ੍ਰਿਤੂ ਹੋ ਜਾਂਦੀ ਹੈ, ਮੈਂ ਜ਼ਹਿਰ ਕਦੇ ਨਹੀਂ ਖਾਵਾਂਗਾ। ਜਿਹੜੀ ਵਸਤੂ ਮਨੁੱਖ ਨੂੰ ਜੀਵਨ ਦਾਨ ਬਖਸ਼ੇ, ਮਨੁੱਖ ਬਿਨਾਂ ਕਿਸੇ ਝਿਜਕ ਤੋਂ ਉਸ ਵਸਤੂ ਨੂੰ ਗ੍ਰਹਿਣ ਕਰ ਲੈਂਦਾ। ਜਿਹੜੀ ਵਸਤੂ ਇਹਦੇ ਜੀਵਨ ਦਾ ਅੰਤ ਕਰੇ ਉਸ ਵਸਤੂ ਨੂੰ ਇਹ ਗ੍ਰਹਿਣ ਨਹੀਂ ਕਰਦਾ। ਜੇ ਅਸੀਂ ਇੰਨੀ ਕੁ ਸੋਝੀ ਰੱਖਦੇ ਹਾਂ ਤੇ ਚੰਗੇ ਤੇ ਮਾੜੇ ਕਰਮ ਵੇਲੇ ਫਿਰ ਬੰਦਾ ਇਹ ਨਹੀਂ ਕਹਿ ਸਕਦਾ ਜੀ ਇਹ ਚੰਗਾ ਕਰਮ ਰੱਬ ਨੇ ਨਹੀਂ ਕਰਾਇਆ, ਮੈਂ ਕੀਤਾ ਤੇ ਮਾੜਾ ਰੱਬ ਨੇ ਕਰਾਇਆ। ਇਹ ਆਪਾਂ ਨਹੀਂ ਕਹਿ ਸਕਦੇ। ਜਦੋਂ ਮੈਨੂੰ ਚੰਗੇ ਮਾੜੇ ਦੀ ਸੋਝੀ ਹੈ, ਫਿਰ ਕਰਮ ਕਰਨ ਵੇਲੇ ਮੈਂ ਇਦਾਂ ਦਾਅਵਾ ਕਿਵੇਂ ਕਰ ਸਕਦਾ ਵੀ ਮਾੜਾ ਕਰਮ ਰੱਬ ਨੇ ਕਰਾਇਆ। ਉਹਨੇ ਸਾਨੂੰ ਇੱਕ ਸੁਤੰਤਰਤਾ ਦਿੱਤੀ। ਜੈਸੇ ਮੱਛੀ ਪਾਣੀ ਤੋਂ ਬਿਨਾਂ ਵੀ ਨਹੀਂ ਜੀ ਸਕਦੀ ਤੇ ਪਾਣੀ ਵਿੱਚ ਉਤਨਾ ਕੁ ਵਿਚਰ ਸਕਦੀ ਜਿੰਨਾ ਕੁ ਉਹਦਾ ਦਾਇਰਾ ਹੈ। ਪਰਮੇਸ਼ਰ ਨੇ ਇੰਨੀ ਕੁ ਸਾਨੂੰ ਵੀ ਸੁਤੰਤਰਤਾ ਦਿੱਤੀ ਹੈ। ਅਸੀਂ ਉਹਦੇ ਹੁਕਮ ਤੋਂ ਬਾਹਰ ਵੀ ਨਹੀਂ ਜੀ ਸਕਦੇ, ਪਰ ਜਿਤਨਾ ਕੁ ਜੀ ਸਕਦੇ ਹਾਂ ਓਨਾ ਕੁ ਆਜ਼ਾਦੀ ਨਾਲ ਜੀ ਸਕਦੇ ਹਾਂ ਜਿੰਨੀ ਕੁ ਉਹਨੇ ਹੁਕਮ ਦੀ ਡੋਰ ਖੁੱਲ੍ਹੀ ਛੱਡੀ ਹੋਈ ਹੈ। ਵਿਦਵਾਨ ਕਹਿੰਦੇ ਪਸ਼ੂ ਨੂੰ ਸੰਗਲ ਨਾਲ ਬੰਨਿਆ ਹੁੰਦਾ, ਜਿੰਨਾ ਕੁ ਲੰਮਾ ਸੰਗਲ ਹੁੰਦਾ ਨਾ ਉਨੀ ਕੁ ਆਜ਼ਾਦੀ ਹੈ। ਉਹਨੇ ਆਪਣੇ ਹੁਕਮ ਦਾ ਸੰਗਲ ਸਾਡੇ ਵੀ ਗਲ ਵਿੱਚ ਪਾਇਆ, ਪਰ ਕੁਝ ਆਜ਼ਾਦੀ ਦੇ ਕੇ ਪਾਇਆ।
ਦੁਨੀਆ ਵਿੱਚ ਜੋ ਕੁਝ ਹੈ ਸਭ ਕੁਝ ਪਰਮੇਸ਼ਰ ਵਾਹਿਗੁਰੂ ਦੇ ਅਧੀਨ ਵਿੱਚ ਹੈ, ਉਹਦੇ ਤੋਂ ਬਾਹਰ ਕੁਝ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਬਚਨ ਕਰਦੇ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਜਿਹੜਾ ਸਾਡੇ ਵਿੱਚ ਬਲ ਹੈ, ਸਾਡੀ ਜਿਹੜੀ ਤਾਕਤ ਹੈ, ਉਹ ਵੀ ਸਾਡੇ ਹੱਥ ਵਿੱਚ ਨਹੀਂ, ਉਹ ਵੀ ਮਾਲਕ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਮਹਾਰਾਜ ਕਹਿੰਦੇ ਕਰਨ ਤੇ ਕਰਾਉਣ ਵਾਲਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਸੀਂ ਆਪਣੀ ਮਰਜ਼ੀ ਨਾਲ ਆਪਣੇ ਬਲ ਦੀ ਵਰਤੋਂ ਵੀ ਨਹੀਂ ਕਰ ਸਕਦੇ, ਆਪਣੀ ਤਾਕਤ ਦੀ ਵਰਤੋਂ ਵੀ ਨਹੀਂ ਕਰ ਸਕਦੇ, ਕਿਉਂਕਿ ਉਹਦੀ ਤਾਕਤ ਦੇ ਸਾਹਮਣੇ ਸਾਡੀ ਤਾਕਤ ਹਾਰ ਜਾਂਦੀ ਹੈ। ਜੈਸੇ ਸੂਰਜ ਦੇ ਸਾਹਮਣੇ ਦੀਵਾ ਹਾਰ ਜਾਂਦਾ ਹੈ, ਤੈਸੇ ਉਸ ਮਾਲਕ ਦੇ ਸਾਹਮਣੇ ਅਸੀਂ ਵੀ ਹਾਰ ਜਾਂਦੇ ਹਾਂ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਈਏ, ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਜਦੋਂ ਆਨੰਦ ਕਾਰਜ ਹੋਏ ਗੁਰੂ ਕੇ ਲਾਹੌਰ ਨਗਰ ਥੇ ਵਸਾਇਆ। ਇੱਕ ਦਿਨ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਉਥੋਂ ਦੇ ਵਸਨੀਕ ਆਏ, ਕਹਿੰਦੇ ਪਾਤਸ਼ਾਹ ਬੜੀ ਪਥਰੀਲੀ ਧਰਤੀ ਹੈ, ਇੱਥੇ ਜਲ ਦੀ ਪਾਣੀ ਦੀ ਬੜੀ ਕਿੱਲਤ ਹੈ, ਕਿਰਪਾ ਕਰੋ ਆਪ ਜੀ ਇਥੋਂ ਦੇ ਵਸਨੀਕਾਂ ਨੂੰ ਜਲ ਬਖਸ਼ੋ, ਪਾਣੀ ਦੀ ਦਾਤ ਬਖਸ਼ੋ। ਗੁਰੂ ਕਲਗੀਧਰ ਜੀ ਘੋੜੇ ਤੇ ਸਵਾਰ, ਹੱਥ ਦੇ ਵਿੱਚ ਬਰਛਾ ਪਕੜਿਆ ਹੋਇਆ ਤੇ ਜ਼ੋਰ ਦੇ ਨਾਲ ਬਰਛਾ ਨਾਲ ਪੱਥਰ ਵਿੱਚ ਮਾਰਿਆ, ਪੱਥਰ ਪਾੜ ਕੇ ਲੰਘ ਗਿਆ। ਘੋੜੇ ਤੇ ਬੈਠਿਆਂ ਬੈਠਿਆਂ ਹੀ ਬਰਛਾ ਬਾਹਰ ਖਿੱਚ ਲਿਆ ਮਹਾਰਾਜ ਨੇ, ਜਲ ਦੀਆਂ ਫੁਹਾਰਾਂ ਪ੍ਰਗਟ ਹੋ ਗਈਆਂ। ਬੀਬੀ ਵੀਰੋ ਜੀ ਦੇ ਸੁਪੁੱਤਰ ਜੋ ਮਹਾਰਾਜ ਜੀ ਦੇ ਭੂਆ ਦੇ ਪੁੱਤਰ ਸਨ, ਨਾਲ ਬਾਬਾ ਸੰਗੋ ਸ਼ਾਹ ਸੀ, ਜਿਨ੍ਹਾਂ ਨੂੰ ਮਹਾਰਾਜ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਸਾਹ ਸੰਗਰਾਮ ਆਖਿਆ ਹੈ, ਜੰਗ ਦਾ ਬਾਦਸ਼ਾਹ। ਮਨ ਵਿੱਚ ਸੋਚਣ ਲੱਗੇ ਵੀ ਜੇ ਕਿਤੇ ਮਹਾਰਾਜ ਮੈਨੂੰ ਕਹਿੰਦੇ ਤੇ ਇਹ ਬਰਛਾ ਮਾਰ ਕੇ ਇੰਨਾ ਕੁ ਜਲ ਤਾਂ ਮੈਂ ਵੀ ਕੱਢ ਦੇਣਾ ਸੀ, ਜੇ ਆਗਿਆ ਦਿੰਦੇ ਤੇ ਮੈਂ ਬਰਛਾ ਬਾਹਰ ਖਿੱਚ ਲੈਣਾ ਸੀ। ਅੰਤਰਜਾਮੀ ਗਰੀਬ ਨਵਾਜ ਜਾਣ ਗਏ, ਫਿਰ ਬਰਛਾ ਮਾਰਿਆ ਦੂਜੀ ਵਾਰੀ ਪੱਥਰ ਦੇ ਵਿੱਚ। ਪਾਤਸ਼ਾਹ ਕਹਿੰਦੇ ਬਾਬਾ ਸੰਗੋ ਸ਼ਾਹ ਜੀ ਇਹਨੂੰ ਬਾਹਰ ਕੱਢਿਓ। ਜਦੋਂ ਬਾਬਾ ਸੰਗੋ ਸ਼ਾਹ ਨੂੰ ਬਾਹਰ ਕੱਢਣ ਲੱਗੇ ਤੇ ਬਰਛਾ ਤਾਂ ਹਿੱਲੇ ਨਾ। ਬੜਾ ਯਤਨ ਕੀਤਾ ਉਹਨਾਂ ਨੇ, ਬੜਾ ਬਲ ਲਾਇਆ, ਉਹਨਾਂ ਤਾਕਤ ਲਾਈ ਤੇ ਬਰਛਾ ਹਿੱਲਿਆ ਨਹੀਂ ਵਿੱਚੋਂ। ਜਦੋਂ ਬਲ ਹਾਰ ਗਿਆ ਨਾ ਅੰਦਰ ਦਾ, ਪਤਾ ਲੱਗ ਗਿਆ ਵੀ ਇਹ ਕੰਮ ਮੈਂ ਨਹੀਂ ਕਰ ਸਕਦਾ, ਤੇ ਪਿੱਛੇ ਹਟ ਗਏ ਬਾਬਾ ਸੰਗੋ ਸ਼ਾਹ ਜੀ, ਮਹਾਰਾਜ ਇਹ ਮੈਂ ਨਹੀਂ ਕਰ ਸਕਦਾ। ਤੇ ਗੁਰੂ ਕਲਗੀਧਰ ਜੀ ਨੇ ਫਿਰ ਘੋੜੇ ਤੇ ਬੈਠਿਆਂ ਦੂਜੀ ਵਾਰੀ ਬਰਛਾ ਬਾਹਰ ਖਿੱਚ ਦਿੱਤਾ, ਦੂਜੀ ਜਲ ਦੀ ਫੁਹਾਰ ਪ੍ਰਗਟ ਹੋ ਗਈ। ਤੇ ਮਾਮਾ ਕਿਰਪਾਲ ਚੰਦ ਜੀ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਭਰਾਤਾ ਜੀ ਕਹਿੰਦੇ ਗੁਰਦੇਵ ਇੱਕ ਦਇਆ ਹੋਰ ਕਰ ਦਿਓ ਵੀ ਇੱਥੇ ਫਿਰ ਤ੍ਰਿਵੈਣੀ ਪ੍ਰਗਟ ਕਰ ਦਿਓ। ਗੁਰੂ ਕਲਗੀਧਰ ਜੀ ਨੇ ਤੀਜੀ ਵਾਰੀ ਬਰਛਾ ਮਾਰਿਆ ਪੱਥਰ ਵਿੱਚ ਤੇ ਜਲ ਦੀ ਤੀਜੀ ਫੁਹਾਰ ਪੈਦਾ ਕਰ ਦਿੱਤੀ। ਗੁਰਦੁਆਰਾ ਤ੍ਰਿਵੈਣੀ ਸਾਹਿਬ ਇਹ ਅਸਥਾਨ ਮਹਾਰਾਜ ਦਾ ਸ਼ਿਸ਼ੋਭਤ ਹੈ। ਜਦੋਂ ਕੋਈ ਉਹਦੇ ਬਲ ਦੇ ਸਾਹਮਣੇ ਹਾਰ ਕੇ ਬੇਨਤੀ ਕਰੇ, ਪਾਤਸ਼ਾਹ ਮੇਰਾ ਬਲ ਵੀ ਮੇਰੇ ਹੱਥ ਵਿੱਚ ਨਹੀਂ, ਮੇਰਾ ਬਲ ਵੀ ਤੁਹਾਡੇ ਹੱਥ ਵਿੱਚ ਹੈ, ਮੈਂ ਤਾਂ ਤੁਹਾਡੇ ਅਧੀਨ ਹਾਂ। ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਜਿਸ ਠਾਕੁਰ ਸਿਓ ਨਾ ਹੀ ਚਾਰਾ, ਜਿਹਦੇ ਅੱਗੇ ਸਾਡਾ ਕੋਈ ਬਲ ਨਹੀਂ ਚੱਲ ਸਕਦਾ, ਸਾਡਾ ਚਾਰਾ ਨਹੀਂ ਚੱਲ ਸਕਦਾ। ਜਦੋਂ ਇਹ ਭਾਵ ਲੈ ਕੇ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆ ਖਲੋਂਦਾ ਤੇ ਫਿਰ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਫਿਰ ਛੋਟੀ ਜੀ ਕੀੜੀ ਵਿੱਚ ਵੀ ਇੰਨਾ ਬਲ, ਇੰਨੀ ਤਾਕਤ ਉਹ ਰੱਖ ਦਿੰਦਾ ਹੈ ਕਿ ਛੋਟੀ ਜੀ ਕੀੜੀ ਵੀ ਲੱਖਾਂ ਦਾ ਲਸ਼ਕਰ ਇੱਕ ਪਲ ਵਿੱਚ ਭਸਮ ਕਰਨ ਦੀ ਸਮਰੱਥਾ ਰੱਖਦੀ ਹੈ।
ਜਦੋਂ ਕੋਈ ਆਪਣਾ ਬਲ ਉਹਦੇ ਸਨਮੁਖ ਜ਼ਾਹਰ ਕਰੇ ਕਿ ਮੈਂ ਕੁਝ ਹਾਂ, ਫਿਰ ਮਾਲਕ ਦੇ ਸਨਮੁਖ ਕਿਸੇ ਦਾ ਕੋਈ ਬਲ ਨਹੀਂ ਚੱਲਦਾ। ਤੇ ਜਦੋਂ ਕੋਈ ਕਹਿ ਦੇਵੇ ਪਾਤਸ਼ਾਹ ਤੁਹਾਡੇ ਬਲ ਦੇ ਸਾਹਮਣੇ ਮੇਰਾ ਬਲ ਨਹੀਂ ਚੱਲ ਸਕਦਾ, ਮੈਂ ਤਾਂ ਐਸੇ ਹਾਂ ਜੈਸੇ ਸੂਰਜ ਦੇ ਸਾਹਮਣੇ ਛੋਟਾ ਜਿਹਾ ਦੀਵਾ ਹੋਵੇ। ਜਦੋਂ ਸਿੱਖ ਦੀ ਇਹ ਭਾਵਨਾ ਬਣ ਜਾਂਦੀ, ਫਿਰ ਸਿੱਖ ਨੂੰ ਇੰਨੀ ਕੁ ਸਮਰੱਥਾ ਪਾਤਸ਼ਾਹ ਬਖਸ਼ਿਸ਼ ਕਰ ਦਿੰਦੇ ਨੇ ਕਿ ਇੱਕ ਸਿੱਖ ਵੀ ਬਹੁਤ ਕੁਝ ਕਰਨ ਦੀ ਤਾਕਤ ਸਮਰੱਥਾ ਰੱਖਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਚਾਰ ਦਿਸ਼ਾਵਾਂ ਅੰਦਰ ਉਸੇ ਦਾ ਹੀ ਬਲ ਹੈ, ਅਰਥਾਤ ਕਿ ਉਹਨੇ ਆਪਣੀ ਤਾਕਤ ਨਾਲ, ਆਪਣੇ ਹੁਕਮ ਦੇ ਨਾਲ, ਆਪਣੀ ਆਗਿਆ ਨਾਲ ਚਾਰੇ ਦਿਸ਼ਾਵਾਂ ਨੂੰ ਆਪਣੇ ਅਧੀਨ ਕੀਤਾ ਹੋਇਆ। ਇਸ ਪੰਕਤੀ ਦੇ ਇੱਕ ਬੜੇ ਸੁੰਦਰ ਅੰਤਰੀਵ ਭਾਵ ਨੇ। ਸਾਡੇ ਅੰਦਰ ਹੈ ਅੰਤਸ਼ਕਰਨ, ਅੰਤਹਿਕਰਨ ਜਿਹਨੂੰ ਕਹਿੰਦੇ ਆ, ਅੰਦਰੂਨੀ ਗਿਆਨ ਦਾ ਜਿਹੜਾ ਸਾਧਨ ਹੈ। ਮਨ, ਬੁੱਧ, ਚਿੱਤ ਤੇ ਅਹੰ, ਇਹ ਚਾਰਾਂ ਨੂੰ ਅੰਤਸ਼ਕਰਨ ਕਹਿੰਦੇ ਨੇ। ਇਹਨਾਂ ਚਾਰਾਂ ਦੀਆਂ ਆਪਣੀਆਂ ਆਪਣੀਆਂ ਬਿਰਤੀਆਂ ਨੇ। ਮਨ ਦੀ ਬਿਰਤੀ ਹੈ, ਚਿੱਤ ਹੈ, ਬੁੱਧੀ ਹੈ, ਹੰਕਾਰ ਹੈ। ਮਨ ਜਿਹੜਾ ਹੈ ਉਹ ਸੰਕਲਪ ਵਿਕਲਪ ਕਰਦਾ ਹੈ, ਫੁਰਨੇ ਕੁਫੁਰਨੇ ਉਠਾਉਂਦਾ ਹੈ। ਹੁਣ ਇਹ ਮਨ ਜਿਹੜਾ ਸਾਡਾ ਆਪਣੇ ਕਾਬੂ ਵਿੱਚ ਹੀ ਹੈ ਕੋਈ ਨਹੀਂ। ਜਦੋਂ ਸਤਿਗੁਰੂ ਸਿੱਖ ਨੂੰ ਨਾਮ ਦਾ ਬਲ ਬਖਸ਼ਿਸ਼ ਕਰਦੇ ਨੇ, ਨਾਮ ਤੇ ਵਿਵੇਕ ਦੇ ਬਲ ਦੇ ਨਾਲ ਇਹ ਮਨ ਵੀ ਜਿਹੜਾ ਸਿੱਖ ਦੇ ਕਾਬੂ ਆ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿਹੜਾ ਮਨ ਕਾਬੂ ਨਹੀਂ ਆ ਸਕਦਾ ਉਹਦੇ ਬਲ ਦੇ ਨਾਲ ਕਾਬੂ ਆ ਜਾਂਦਾ। ਜਦੋਂ ਨਾਮ ਦਾ ਬਲ ਸਤਿਗੁਰੂ ਸਿੱਖ ਨੂੰ ਬਖਸ਼ਦੇ, ਮਨ ਕਾਬੂ ਆ ਜਾਂਦਾ। ਮਨ ਦੇ ਨਾਲ ਫਿਰ ਚਿੱਤ ਹੈ। ਇੱਕ ਵਿਦਵਾਨ ਸੱਜਣ ਨੇ ਇਹਨੂੰ ਉਪਮਨ ਵੀ ਲਿਖ ਦਿੱਤਾ, ਜਿਹਦਾ ਕਰਮ ਹੈ ਸਿਮਰਤੀ, ਜਿਹਨੂੰ ਆਪਾਂ ਸਿਮਰਨ ਕਹਿੰਦੇ ਆ। 90% ਸਾਡੇ ਸੰਸਕਾਰ ਇਹਦੇ ਅੰਦਰ ਹੁੰਦੇ, 10% ਸੰਸਕਾਰ ਮਨ ਵਿੱਚ ਨੇ, 90% ਸੰਸਕਾਰ ਜਿਹੜੇ ਨੇ ਉਹ ਸਾਡੇ ਸੰਸਕਾਰ ਚਿੱਤ ਦੇ ਅੰਦਰ ਨੇ। ਇਹਦਾ ਕੰਮ ਹੈ ਸਿਮਰਨ ਕਰਨਾ। ਜਦੋਂ ਸੁਪਨਾ ਆਉਂਦਾ ਹੈ ਨਾ, ਤੇ ਸੁਪਨੇ ਵਿੱਚ, ਸੁਪਨ ਅਵਸਥਾ ਦੇ ਵਿੱਚ ਜੋ ਕੁਝ ਸਾਡੇ ਉਪਮਨ ਦੇ ਅੰਦਰ ਹੈ, ਚਿੱਤ ਦੇ ਅੰਦਰ ਹੈ, ਉਹ ਸਾਰਾ ਕੁਝ ਉੱਥੇ ਚੱਲਦਾ ਹੈ ਸੁਪਨੇ ਵਿੱਚ। ਪਰ ਸੂਖਸ਼ਮ ਸਰੀਰ ਹੋਣੇ ਕਰਕੇ ਉੱਥੇ ਦੌੜਨਾ ਚਾਹੁੰਦਾ, ਦੌੜਿਆ ਨਹੀਂ ਜਾ ਸਕਦਾ, ਪਕੜਨਾ ਚਾਹੁੰਦਾ, ਕੁਝ ਪਕੜ ਨਹੀਂ ਸਕਦਾ, ਕੁਝ ਕਰਨਾ ਚਾਹੁੰਦਾ, ਕਰ ਨਹੀਂ ਸਕਦਾ, ਕਿਉਂਕਿ ਕਿਰਿਆ ਕਰਨ ਵਾਸਤੇ ਸਥੂਲ ਸਰੀਰ ਚਾਹੀਦਾ। ਪਰ ਉੱਥੇ ਸਥੂਲ ਸਰੀਰ ਨਹੀਂ, ਸੂਖਸ਼ਮ ਸਰੀਰ ਹੁੰਦਾ ਹੈ। ਹੁਣ ਉਹ ਸੂਖਸ਼ਮ ਸਰੀਰ ਕਰਨੇ ਕਰਕੇ, ਹੋਣੇ ਕਰਕੇ ਕੋਈ ਕਿਰਿਆ ਨਹੀਂ ਕਰ ਸਕਦਾ, ਦੌੜ ਨਹੀਂ ਸਕਦਾ, ਪਕੜ ਨਹੀਂ ਸਕਦਾ, ਕੁਝ ਕਰ ਨਹੀਂ ਸਕਦਾ। ਚਾਹੁੰਦਾ ਤਾਂ ਹੈ ਵੀ ਮੈਂ ਕੁਝ ਕਰਾਂ, ਪਰ ਕੁਝ ਕਰ ਨਹੀਂ ਸਕਦਾ। ਇਹ ਸਾਡੇ ਅੰਦਰ ਦੇ ਜਿਹੜੇ ਸੰਸਕਾਰ ਨੇ, ਜਿਹੜੀ ਸਿਮਰਤੀ ਹੈ, ਉਹਦੇ ਕਰਕੇ ਸਾਰੀ ਕਿਰਿਆ ਚੱਲਦੀ ਹੈ। ਫਿਰ ਹੈ ਬੁੱਧੀ। ਬੁੱਧੀ ਦਾ ਕਰਮ ਨਿਰਣਾ ਕਰਨਾ, ਨਿਸ਼ਚਾ ਕਰਨਾ। ਔਰ ਆਤਮਾ ਦੇ ਨੇੜੇ ਮਨੁੱਖ ਦੀ ਸਭ ਤੋਂ ਜ਼ਿਆਦਾ ਬੁੱਧੀ ਹੈ। ਮਨ ਦੇ ਨੇੜੇ ਇੰਦਰੀਆਂ ਹੁੰਦੀਆਂ ਨੇ, ਚਿੱਤ ਦੇ ਨੇੜੇ ਮਨ ਹੁੰਦਾ ਹੈ, ਤੇ ਚਿੱਤ ਦੇ ਨੇੜੇ ਬੁੱਧੀ, ਆਤਮਾ ਦੇ ਨੇੜੇ ਫਿਰ ਬੁੱਧੀ ਹੈ। ਸਭ ਤੋਂ ਜ਼ਿਆਦਾ ਆਤਮਾ ਦੇ ਨਜ਼ਦੀਕ ਕੋਈ ਹੈ ਤਾਂ ਉਹ ਮਨੁੱਖ ਦੀ ਬੁੱਧੀ ਹੈ। ਚੌਥਾ ਅਹੰਗ ਭਾਵ, ਜਿਹਦੇ ਵਿੱਚ ਇਹ ਮਨੁੱਖ ਇਹ ਭਾਵ ਰੱਖਦਾ ਵੀ ਦੁੱਖ ਮੈਂ ਭੋਗ ਰਿਹਾ, ਸੁੱਖ ਮੈਂ ਭੋਗ ਰਿਹਾ, ਇਹ ਮੇਰਾ ਹੈ। ਇਹ ਜਦੋਂ ਭਾਵ ਅੰਦਰ ਚੱਲਦਾ ਰਹਿੰਦਾ ਨਾ, ਇਹਨੂੰ ਅਹੰਕਾਰ ਕਹਿੰਦੇ ਨੇ।
मैं कर लवांगा, मैं कीता है, मैं कर सकदा हाँ, ये मेरा है, मैं दुखी हाँ, मैं सुखी हाँ, ये अहंग भाव जिहड़ा है ना, यही मनुख नूं जिंदगी विच सब तो ज़्यादा दुखी करदा है। जिन्नी देर तक इहदी निवृत्ति नहीं ना हुंदी उन्नी देर तक मनुख दुखी ही रहिंदा है। साडियां इंद्रियां जिहड़ियां ने ये अहंग भाव दे सूत्र दे नाल परोईयां होईयां ने, जैसे एक माला सूत्र नाल परोई हुंदी है, इसे तरह हंकार दे नाल साडियां इंद्रियां परोईयां होईयां ने। जिस दिन हंकार दा सूत्र टुट जांदा है, इंद्रियां भी बिखर जांदियां ने, ये भी नष्ट हो जांदियां। मन बुद्ध चित हंकार, ये चार ने। इन्हां चारां नूं गुरु ने किरपा करके अपने वस विच कर लिया। नाम दे बल दे नाल जिहड़ियां बिरतियां बाहर नूं जा रहीआं सन इन्हां द्वारा, वो जिहड़ियां बिरतियां हुण अंदर नूं गमन करनियां शुरू हो गईयां। इहनूं इस तरह समझ लईए, मन जिहड़ा है उहदियां सारियां बिरतियां इंद्रियां द्वारा बाहर जांदियां ने। बुद्धि है, चित्त है, ये सब कुछ इंद्रियां द्वारा बाहर नूं गमन करदा है। गुरु ने जदों किरपा कर दिती, कबीर साहब जी कहते, गुर दिखलाई मोरी जित मिर्ग पड़त है चोरी, मूंद लिए दरवाजे बाजी अले अनहद बाजे। जिस रस्ते राही ये बिरतियां बाहर नूं जा रहीआं सन, आपां दरवाजा ही बंद कर दिता। कबीर जी कहते जदों दरवाजा बंद किया, हुण यही इंद्रियां ने ना, गुर दिखलाई मोरी, मोरी किहनूं कहंदे? सुराख नूं, रस्ता। ये रस्ता सी ना जिहड़ा इहदे राही मिर्ग हरण जित मिर्ग पड़त है चोरी, विकार रूपी जिहड़े हरण सन वो अंदर प्रवेश करते सन, जो मेरे शुभ गुणां की खेती उजाड़ते सन। मेरे गुरु ने मैनू आ दस दिता भी आ तेरियां मन दियां चित्त दियां बिरतियां जिहड़ियां ने, ये तेरियां इंद्रियां राही बाहर जा रही ने, ते आपां दरवाजा ही बंद कर दिता। भाव के इंद्रियां दे रस नूं त्यागया। इंद्रियां दा रस कदों त्यागया? जदों मन नूं बाणी दा नाम दा रस आउणा शुरू हो गया। भाई संतोख सिंह जी ने एक बड़ी प्यारी पंक्ति लिखी है। भाई साहब जी कहंदे हन, मन जागै कि यह निशानी मीठी लागै प्रह की बानी। कहंदे मन जागण दी यह निशानी हुंदी है, जदों मन कुछ जागदा बाणी मिठी लगदी है, कथा मिठी लगदी, कीर्तन मिठा लगदा, सत संगत विच बैठना, गुरु दे कोल बैठना सिख नूं मिठा लगदा, चंगा लगदा। ये मन जागण दी निशानी है। जदों गुरु दे कोल सिख नूं बैठना चंगा लगदा, बाणी चंगी लगदी, सेवा सिमरन चंगा लग रहा है, अर्थात ये मन जाग रहे है। ते जागया होया मन अपने शुभ गुणां दी रखवाली आपे ही कर लैंदा है। जिहड़ा मन अचेत है, अज्ञानता की कूक निंद्रा विच सुता होया, उन्होंने नहीं पता कि विकार रूपी हरण आके शुभ गुणां दा खेत उजाड़ रहे ने। ते जदों जाग पैंदा फिर दरवाजे आपे ही बंद कर लैंदा है, फिर सोझी पै जांदी है ना। जिहड़ियां बिरतियां इंद्रियां द्वारा बाहर नूं जा रहीआं सन, वो हुण असीं दरवाजा बंद करके, कबीर जी कहंदे वो सारियां चित बिरतियां वो अंदर नूं असीं लिजा के अपनी आत्मा ताईं उन्हूं जानण दा यतन कीता। एक बचन आउंदा कबीर जी दा, बंदे खोज दिल हर रोज। हुण दिल तां खोजेगा ना जे बाहर जांदी होई बिरती नूं अंदर लिजा के अंदर दी विचार करन दा यतन करेगा भी अंदर की है। ते जे हुण बिरती जा ही बाहर नूं रही है, बैरूनी बिरती अंदर नूं कैसे जानेगी? अंदरों ओही बिरती जान सकदी अपने आप नूं जिहड़ी बिरती अंदर नूं गमन करेगी। खैर मन बुद्ध चित ते अहंग ये चारे हन, चतुर दिशा की नौ बल अपना। मेरे गुरदेव ने किरपा करके नाम दा और विवेक दा बल बख्शिश करके
मन बुद्ध चित ते हंकार और इन्हां दियां अगों बिरतियां चारे गुरु ने किरपा करके इन्हां वस विच कर दिता, अधीन कर दिता। एक छोटी जी उदाहरण दियां, जदों गुरु अंगद देव जी महाराज सच्चे पातशाह गुरु नानक साहब जी नूं मिलण वास्ते गए ना, ते पातशाह घोड़े ते बैठे सन, राह पुछ रहे सन करतारपुर साहब जाके भी तपा जी दे घर जाना किहड़ा रस्ता जांदा है। एक बजुर्ग मिले, आखदे ने भी मेरे नाल चलो, मैं लै चलदा तुहानूं। मैं दसदा भी उन्हां दा घर कित्थे है। कहंदे आप अगे अगे चल पे। महाराज गुरु नानक साहब जी सन जिहड़े बजुर्ग सन, आप अगे अगे चल पे। ते भाई लहणा साहब जी घोड़े ते सन, उन्होंने आप लैके गए। आख्या भी ये घोड़ा बन दिओ, वो सामने धर्मशाला अंदर जो बैठे ने वो तपा जी उन्होंने दे दर्शन कर लो। गुरु अंगद देव जी महाराज सच्चे पातशाह घोड़े तो हेठा उतरते ने, घोड़ा बन्निया, 5 इशनाना कीता ते चल पे। जदों अंदर जाके वेख्या की तकदे ने, जेड़े बजुर्ग लैके आए सन वही तखत ते बैठे हुए गद्दी ते विराजमान ने, संगतां दर्शन कर रही ने, चरना ते टै पए। गुरुदेव बड़ी भारी खता हो गई है। मैं तुहाडे दर्शन करन आया सी ते मेरे कोलों तां घोर बेअदबी हो गई। आप जी तुरे आ रहे सी ते मैं घोड़े ते सवार सी। उथे साहब ने बचन आखिया, पुरखा नाम की? कहंदे लहणा। कहंदे फिर जेडे लैणदार ने वो सवारी करके ही आउंदे ने, देणदार तुर के आउंदे ने। हुण इस प्रसंग का भाव की है कि जे गुरु दे दर ते पहुंचना है ते घोड़े दी वाग गुरु नूं पकड़ानी पएगी कि महाराज किरपा करो, ये घोड़ा काबू साडे कोलों नहीं आउंदा, इहदी वाग पकड़ के अपने दर ताईं आप तुसीं लै जाओ। ते सिख ने कहना, पातशाह ये मन रूपी घोड़ा जेड़ा ना, यदी बिरती रूपी जिहड़ी वाग है ये तुसीं पकड़ के अपने दर तक, अपने घर तक आप ही लै जाओ, क्योंकि अपने आप नहीं जा सकता, इनू राह ही नहीं पता, इनू रस्ता ही नहीं पता। ते कृपा करो आप जी इनू अपने दर ताईं आप लैके जाओ। हुण भाई गुरदास साहब जी कहंदे ना, चरण शरण गुर एक पैंडा जाए चल, सतगुर कोट पैंडा आगे होए लेत है। पर पहला सिख नूं एक तां कदम पुट्टना पएगा ना। एक कदम पुट के अरदास करे गरीब नवाज सच्चे पातशाह दया करो, आप मेरी बांह पकड़ो। ते जदों सिख इस भाव दे नाल चलदा ते फिर सतगुर कोट पैंडा आगे होए लेत है। फिर महाराज करोड़ा कदम आपे अगे आके सिख नूं अपने दर ताईं लै जांदे ने। इहदे मन दी जिहड़ी बिरती है, वो मन की बिरती नूं महाराज सच्चे पातशाह जी भड़कण तो बचा अपने चरनां विच विलीन कर लैंदे ने। सिर ऊपर कर धारिओ। पंचम गुरदेव साहब जी कहते हैं, मेरे पातशाह ने किरपा करके मेरे सीस के उपर, कर नाम हुंदा हाथ दा, किरपा रूपी जिहड़ा हाथ सी मेरे सीस के उपर रख दिता। मेरा हीर है रतन नाम हर बसिया, गुर हाथ धरिओ मेरे माथा। मेरे गुरदेव ने मेरे सीस ते मेहर भरिया हथ रखिया, उहदी रहमत दे नाल मेरे हिरदे दे घर दे विच नाम रतन दा वासा हो गया। उहदे हथ विच ऐसी दया है, ऐसी रहमत है, जिहदे सीस ते मेहर भरिया हथ रख देण उहदे अंदर दे कपाट पातशाह खोल देंदे ने। जिस ज्ञान नूं, जिस सुख नूं, जिस ब्रह्म नूं, जिस पदवी नूं देवी देवते योगी साधक सिद्ध लोचदे ने, वो पदवी महाराज सच्चे पातशाह दे चरणां विच सीस रख के जदों उस सीस ते गुरु दा मेहर भरिया हाथ आउंदा, वो पदवी सिख नूं कि छिन विच ही महाराज सच्चे पातशाह बख्शिश कर दिंदे हन। गुरु अर्जन देव साहब जी महाराज कहते, मेरे गुरु ने रहमत कीती है, मेरे सीस दे उपर अपना मेहर भरिया हथ रखिया है। कृपा कठाक अवलोकन कीनो, दास का दुख बिदारियो। सतगुरां ने अपनी किरपा दृष्टि नाल जदों तक्किया,
वैसे कटाक्ष नूं ਜਿਹਦੇ अर्थ पढ़ते विचारने होवन ते कटाक्ष नूं कहंदे भी छिन मात्र वेखना, कटाक्ष मात्र जां तिरछा वेखना, टेढ़ा वेखना। गुरु ने किरपा करके जदों कटाक्ष मात्र अपने सिख वल वेखिया, अवलोकन कीनो, उन्होंने अपने दास दा सेवक दा जन्म ते मरण दा दुख ही कट दिता। आपां भी जदों आउंदे हां धन गुरु ग्रंथ साहिब जी दे चरनां विच इन्हां नेत्रां नाल गुरदेव दे दर्शन करदे हां, अंदर ये अनुभव करिए कि गुरु साहिब भी कटाक्ष मात्र सानू तक रहे ने। कवि संतोख सिंह जी बड़े प्यारे बोल लिखते कि जदों दीवान सजदा ना गुरदेव दा संगत बैठी होंदी है ते महाराज सारियां संगतां उपर अपनी निगाह पा रहे होंदे ने, अपनी नज़र पा रहे होंदे ने, किरपा दृष्टि पा रहे होंदे ने। अमृत वरसदा हुंदा गुरु दे दर ते गुरु दे घर दे विच। उस दृष्टि नूं जिहड़ा सिख अनुभव कर लैंदा है, समझ लैंदा है, ਉਹਦੇ जन्म ते मरण दे दुख पातशाह कट देंदे ने। जिथे भट्ट साहिबान कहंदे ना दर्शन परसिया गुरु कै जन्म मरण दुख जाए, गुरु साहिब दे दर्शन करन नाल जन्म ते मरण दे दुख निवृत्त हो जाते हैं। जदों सिख अनुभव करता है कि मेरे गुरु की नज़र मेरे उपर है, मेरे गुरु की रहमत मेरे उपर है, उहदी दृष्टि विच एक हनेरे सुख ने, उहदी दृष्टि विच आनंद है, उहदी दृष्टि विच ब्रह्म ज्ञान है। गुरु अंगद देव जी महाराज सच्चे पातशाह अमृत वेले जदों साधना करन तो बाद बाहर निकलिया करते सन, गुरु साहिब दे दरबार दे मूहरे अनेकां लोड़वंद, रोगी, दुखी लोग बैठे होंदे सन। जिन्हां जिन्हां उपर दया दृष्टि पांदे जांदे ने उन्हां दे दुख महाराज निवृत्त करते जाते। बाला प्रीतम धन श्री गुरु हरकृष्ण साहिब सच्चे पातशाह महाराज जदों दिल्ली बिराजे ना, चेचक दा रोग सी, बीमारी फैली हुई सी उस पासे, ते कहंदे अमृत वेले महाराज जदों महलां तो बाहर निकलते ने ते सतगुरां दे दरवाजे दे मूहरे अनेकां रोगी, बीमार, दुखी लोग बैठे होंदे सन। ते पातशाह उन्हां विच तुरदे, जिन्हां जिन्हां उपर दृष्टि पैंदी जांदी उन्हां उन्हां दे रोग निवृत्त होंदे जांदे। 5 प्रकार दा अमृत विद्वानां ने मन्निया। एक दृष्ट अमृत, अमृत की व्याख्या वखरी वखरी अलग अलग है। एक मेरे पातशाह ने खंडे बाटे की पौल तैयार की, वो अमृत ऐसा शक्तिशाली अमृत है जिन्हों अपने अनुभव ते बाणी विचों ते शस्त्र की धार विचों महाराज ने प्रगट किया, जिहड़ा सिख नूं सुरजीत कर दिंदा अंदरों, इनू नवां जीवन दान बख्शदा है। नाम अमृत है, बाणी अमृत है, गुरु की दृष्ट भी अमृत है, गुरु का सुनना भी अमृत है, गुरु का बोलना भी अमृत है, गुरु का करना भी अमृत है, गुरु का वेखना भी अमृत है। क्योंकि गुर अमृत भिन्नी देहोरी हर अमृत बुर के राम राजे। सारा शरीर ही गुरु का उहदे विचों अमृत चढ़ता है। गुरु के शरीर का एक एक रोम, एक एक अंग अमृत के नाल भरिया होया। जदों सुनते ने सुनना भी अमृत है, जदों वेखदे वेखना भी अमृत है, दृष्ट अमृत। जदों बोलते ने उन्हां दा बोलना भी अमृत है। बाणी उचरह साध जन म्यो चलह झरड़े। जदों सतगुरु रसना नाल बाणी उचारण करते ने ते अमृत झरदा रसना विचों भी। जदों सिखां वल वेखदे ने ते अमृत चढ़दा। अमृत जो रोग निवृत्त करदा, अमृत जो दुख निवृत्त करदा, अमृत जो अंदरों सुरजीत करदा, सुती हुई चेतना नूं जगा देंदा। ते मेरे पातशाह की ऐसी दृष्टि जदों सिख दे उपर पैंदी है ते जन्मां जन्मांतरां दी सुती हुई चेतना भी अंदरों जाग पैंदी है। महाराज सच्चे पातशाह दा पावन पवित्र बाणी विच एक फरमान है जी, कुंडलनी सुरजी सत संगत परमानंद गुरु मुख मचा।
ਇਹ ਕਿੱਥੇ ਆ ਕੇ ਕੁੰਡਲਨੀ ਸੁਲਝਦੀ ਹੈ? ਸਤ ਸੰਗਤ ਵਿੱਚ। ਜਦੋਂ ਸਿੱਖ ਸੰਗਤ ਵਿੱਚ ਬਿਰਾਜਦਾ ਹੈ, ਨਾਮ ਬਾਣੀ ਦਾ ਰਸ ਲੈਂਦਾ, ਤੇ ਜਦੋਂ ਪਾਤਸ਼ਾਹ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਤੇ ਉਹ ਕੁੰਡਲਨੀ ਸੁਲਝ ਜਾਂਦੀ ਹੈ, ਸਿੱਧੀ ਹੋ ਜਾਂਦੀ ਹੈ। ਸਤ ਸੰਗਤ ਵਿੱਚੋਂ ਇਹ ਗੁਰੂ ਦੀ ਦ੍ਰਿਸ਼ਟੀ ਨਾਲ ਦਾਤਾਂ ਸਿੱਖ ਨੂੰ ਪ੍ਰਾਪਤ ਹੁੰਦੀਆਂ ਨੇ। ਮੇਰੇ ਗੁਰੂ ਨੇ ਕਿਰਪਾ ਕੀਤੀ, ਕਿਰਪਾ ਕਟਾਖ ਅਵਲੋਕਨ ਕੀਨੋ। ਜਦੋਂ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਆਪਣੇ ਦਾਸ ਵੱਲ ਵੇਖਿਆ, ਦਾਸ ਕਾ ਦੁੱਖ ਵਿਦਾਰਿਓ, ਆਪਣੇ ਦਾਸ ਸੇਵਕ ਦੇ ਜਨਮ ਤੇ ਮਰਨ ਦੇ ਦੁੱਖ ਜਿਹੜੇ ਨਿਵਰਤ ਕਰ ਦਿੱਤੇ, ਮਨ ਦੇ ਰੋਗ ਦੂਰ ਕਰ ਦਿੱਤੇ, ਤਨ ਦੇ ਦੁੱਖ ਨਿਵਰਤ ਕਰ ਦਿੱਤੇ ਹਨ। ਹਰ ਜਨ ਰਾਖੇ ਗੁਰ ਗੋਬਿੰਦ। ਸਤਿਗੁਰੂ ਜੋ ਗੋਬਿੰਦ ਰੂਪ ਹਨ, ਗੁਰੂ ਗੋਬਿੰਦ ਰੂਪ ਹੈ। ਗੋ ਨਾਮ ਹੈ ਇੰਦਰੀਆਂ ਦਾ, ਵਿੰਦ ਨਾਮ ਰੱਖਿਆ ਕਰਨ ਦਾ। ਗੋ ਨਾਮ ਹੈ ਧਰਤੀ ਦਾ, ਵਿੰਦ ਨਾਮ ਰੱਖਿਆ ਕਰਨ ਦਾ। ਜੋ ਧਰਤੀ ਦੀ ਰੱਖਿਆ ਕਰਦਾ, ਸਾਡੀਆਂ ਇੰਦਰੀਆਂ ਦੀ ਵੀ ਰੱਖਿਆ ਕਰਦਾ। ਸਿਰ ਮਸਤਕ ਰੱਖਿਆ, ਪਾਰ ਬ੍ਰਹਮੰ ਹਸਤ ਕਾਇਆ ਰੱਖਿਆ, ਪਰਮੇਸ਼ਵਰ ਹੈ ਆਤਮ ਰੱਖਿਆ, ਗੋਪਾਲ ਸੁਆਮੀ ਤਨ ਚਰਨ ਰੱਖਿਆ, ਜਗਦੀਸ਼ਵਰ ਹੈ ਸਰਵ ਰੱਖਿਆ। ਗੁਰਦਿਆਲ ਹੈ, ਭੈ ਦੁਖ ਵਿਨਾਸ਼ਨ ਹੈ, ਭਗਤ ਵਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ। ਧਰਤੀ ਦੀ ਰੱਖਿਆ ਵੀ ਆਪ ਕਰਦਾ, ਸਾਡੀਆਂ ਇੰਦਰੀਆਂ ਦੀ, ਹੱਥਾਂ ਪੈਰਾਂ ਦੀ ਰੱਖਿਆ ਵੀ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ। ਆਤਮਾ ਦੀ, ਮਨ ਦੀ ਰੱਖਿਆ ਵੀ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਸਾਹਿਬ ਆਪ ਹੈ। ਐਸੇ ਸਤਿਗੁਰੂ ਰੂਪ ਜੋ ਗੋਬਿੰਦ ਹਨ, ਉਹਨਾਂ ਨੇ ਕਿਰਪਾ ਕਰਕੇ ਆਪਣੇ ਜਨ, ਆਪਣੇ ਜਿਹੜੇ ਭਗਤ ਹਨ, ਉਹਨਾਂ ਦੀ ਰੱਖਿਆ ਕੀਤੀ ਹੈ। ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਸਤਿਗੁਰਾਂ ਨੇ ਦਇਆ ਕਰਕੇ ਆਪਣੇ ਸਿੱਖ ਨੂੰ, ਆਪਣੇ ਪਿਆਰੇ ਨੂੰ ਕੰਠ ਦੇ ਨਾਲ ਲਾ ਲਿਆ। ਜਦੋਂ ਪ੍ਰਤੱਖ ਬੈਰੂਨੀ ਤੌਰ ਤੇ ਕੰਠ ਦੇ ਨਾਲ ਲਾਉਂਦੇ ਨੇ, ਉਦੋਂ ਵੀ ਔਗਣ ਮੇਟ ਦਿੰਦੇ ਨੇ, ਕਿਉਂਕਿ ਗੁਰੂ ਕੰਠ ਨਾਲ ਹੀ ਉਸੇ ਨੂੰ ਲਾਉਂਦਾ ਹੈ ਜਿਹੜਾ ਸ਼ਰਨ ਦੇ ਵਿੱਚ ਆ ਜਾਂਦਾ। ਭਾਵੇਂ ਜਿਤਨਾ ਮਰਜ਼ੀ ਅਪਰਾਧੀ ਹੋਵੇ, ਪਾਪੀ ਹੋਵੇ, ਜਦੋਂ ਸ਼ਰਨ ਵਿੱਚ ਹੀ ਆ ਗਏ ਸਤਿਗੁਰਾਂ ਦੀ, ਉਦੋਂ ਕੰਠ ਨਾਲ ਲਾ ਲੈਂਦੇ ਨੇ। ਤੇ ਕੰਠ ਨਾਲ ਲਾਉਣਾ ਕੀ ਹੈ ਕਿ ਔਗੁਣਾਂ ਨੂੰ ਮੇਟਣਾ, ਔਗੁਣ ਸਮਾਪਤ ਕਰਦੇ ਨੇ। ਜਦੋਂ ਕਿਸੇ ਨੂੰ ਕੰਠ ਨਾਲ ਲਾ ਲੈਂਦੇ ਨੇ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜਿਹੜਾ ਸ਼ਰਨ ਆ ਜਾਂਦਾ ਉਹਨੂੰ ਕੰਠ ਨਾਲ ਲਾ ਲੈਂਦੇ ਨੇ। ਹੁਣ ਕੰਠ ਨਾਲ ਉਸੇ ਨੂੰ ਲਾਉਂਦੇ ਨੇ ਜਿਹਦੇ ਔਗੁਣ ਉਹਨੇ ਮੇਟਣੇ ਹੋਵਣ। ਗੁਰੂ ਕਲਗੀਧਰ ਜੀ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨਾ, ਆਗਿਆ ਸਮਝ ਚਲੋ ਨੰਦ ਲਾਲਾ ਪਾਛੈ, ਜੋ ਬੀਤੀ ਸੋ ਬੀਤੀ। ਹੁਣ ਤੈਨੂੰ ਕੰਠ ਨਾਲ ਲਾ ਲਿਆ, ਤੇਰੇ ਔਗਣ ਬਖਸ਼ ਦਿੱਤੇ ਨੇ, ਪਰ ਅੱਗੇ ਤੋਂ ਸਮਝ ਕੇ ਚੱਲਿਓ, ਜੋ ਪਹਿਲਾਂ ਕੀਤਾ ਹੁਣ ਨਾ ਕਰਿਓ। ਜਿਹਨੂੰ ਕੰਠ ਨਾਲ ਲਾਉਂਦੇ ਨੇ ਪਾਤਸ਼ਾਹ, ਉਹਦੇ ਔਗਣ ਹੀ ਧੋ ਦਿੰਦੇ ਨੇ, ਉਹਦੇ ਔਗਣ ਬਖਸ਼ ਦਿੰਦੇ ਨੇ। ਹੁਣ ਅੰਦਰੂਨੀ ਭਾਵ ਇਹ ਹੈ ਕਿ ਜਿਨ੍ਹਾਂ ਨੂੰ ਅਭੇਦਤਾ ਰੂਪੀ ਮਹਾਰਾਜ ਕੰਠ ਨਾਲ ਲਾ ਲੈਂਦੇ ਨੇ, ਕਿਸੇ ਨੂੰ ਆਪਣੇ ਵਿੱਚ ਅਭੇਦ ਕਰਨਾ, ਆਪਣੇ ਵਿੱਚ ਵਿਲੀਨ ਕਰ ਲੈਣਾ। ਜਿਹਨੂੰ ਸਤਿਗੁਰੂ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰ ਦਿੰਦੇ, ਆਪਣੇ ਵਿੱਚ ਵਿਲੀਨ ਕਰ ਲੈਂਦੇ ਹਨ, ਐਸੇ ਜਿਹੜੇ ਗੁਰਮੁਖ, ਉਹਨਾਂ ਦੇ ਜਿਤਨੇ ਵੀ ਵਿਕਾਰਾਂ ਵਿੱਚੋਂ ਪੈਦਾ ਹੋਏ ਔਗਣ ਆਦਿਕ ਨੇ, ਉਹਨਾਂ ਸਾਰਿਆਂ ਨੂੰ ਮਹਾਰਾਜ ਬਖਸ਼ ਦਿੰਦੇ ਨੇ। ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਮੇਰੇ ਸਤਿਗੁਰੂ ਬਖਸ਼ਣ ਵਾਲੇ, ਬਖਸ਼ੰਦ ਪਿਤਾ ਨੇ, ਦਇਆਲ, ਦਇਆ ਦਾ ਘਰ ਹਨ। ਭਾਈ ਗੁਰਦਾਸ ਜੀ ਕਹਿੰਦੇ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਹਦਾ ਅਸਤ ਲੋਤਾਈ ਹੈ। ਜੈਸੀ ਦਇਆ ਸਤਿਗੁਰੂ ਵਿੱਚ ਹੈ, ਉਹ ਕਿਸੇ ਹੋਰ ਵਿੱਚ ਨਹੀਂ। ਕਹਿੰਦੇ ਜਿੱਧਰੋਂ ਸੂਰਜ ਚੜ੍ਹਦਾ, ਜਿੱਧਰ ਛੁਪਦਾ, ਚਾਹੇ ਖੰਡ ਬ੍ਰਹਿਮੰਡ ਸਾਰੇ ਫਿਰ ਕੇ ਵੇਖ ਲਓ, ਜਿਹੋ ਜੀ ਦਇਆ ਗੁਰੂ ਵਿੱਚ ਹੈ ਨਾ, ਕਿਸੇ ਹੋਰ ਵਿੱਚ ਹੋਏਗੀ ਨਹੀਂ। ਜੋ ਔਗਣ ਵੇਖ ਕੇ ਵੀ ਸਿੱਖ ਦੇ ਉੱਪਰ ਗੁਣ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨਾ, ਲੋਕ ਜਿਹੜੇ ਨੇ ਔਗਣ ਵੇਖ ਕੇ ਨਫ਼ਰਤ ਕਰਦੇ ਨੇ। ਕਹਿੰਦੇ ਮੇਰੇ ਸਤਿਗੁਰੂ ਇਹੋ ਜਿਹੇ ਦਇਆਵਾਨ ਨੇ, ਸਿੱਖ ਨੂੰ ਕਹਿੰਦੇ ਸਿੱਖਾ ਲਿਆ, ਔਗਣ ਰੱਖ ਜਾ, ਗੁਣ ਲੈ ਜਾ। ਜੇ ਸਾਡੇ ਵਿੱਚ ਔਗਣ ਹੋਵੇ ਤੇ ਕੋਈ ਨਹੀਂ ਕਬੂਲਦਾ, ਜਾਂ ਅਸੀਂ ਕਿਸੇ ਦਾ ਔਗਣ ਵੇਖੀਏ ਤੇ ਅਸੀਂ ਨਹੀਂ ਕਬੂਲਦੇ। ਆਪਾਂ ਕਹਿੰਦੇ ਵੀ ਬੰਦਾ ਚੰਗਾ ਨਹੀਂ, ਪਰ ਗੁਰੂ ਦੀ ਦਇਆ ਵੇਖੋ ਕਿ ਭਾਵੇਂ ਕੋਈ ਔਗਣਾਂ ਨਾਲ ਭਰਿਆ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਜਾਵੇ,
ਉਹਨੂੰ ਵੀ ਆਪਣੇ ਵਿੱਚ ਅਭੇਦ ਕਰ ਲੈਂਦੇ ਨੇ। ਦੁਨੀਆ ਦੀਆਂ ਸਮੱਗਰ ਨਦੀਆਂ ਦਾ ਜਲ ਜਾ ਕੇ ਸਮੁੰਦਰ ਵਿੱਚ ਅਭੇਦ ਹੁੰਦਾ ਹੈ, ਉਹ ਸਾਰਿਆਂ ਨੂੰ ਆਪਣੇ ਵਿੱਚ ਸਮਾ ਕੇ ਸਭ ਨੂੰ ਨਿਰਮਲਤਾਈ ਸਵੱਛਤਾ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਵੀ ਐਸੇ ਦਇਆ ਨਿਧ ਹਨ, ਜਦੋਂ ਉਹਨਾਂ ਦੀ ਚਰਨਾਂ ਦੀ ਸ਼ਰਨ ਵਿੱਚ ਕੋਈ ਆ ਜਾਂਦਾ, ਭਾਵੇਂ ਕੋਈ ਪਾਪੀ ਅਪਰਾਧੀ ਕਿਉਂ ਨਾ ਆਵੇ, ਸਭ ਨੂੰ ਆਪਣੇ ਵਿੱਚ ਮਹਾਰਾਜ ਅਭੇਦਤਾ ਬਖਸ਼ਿਸ਼ ਕਰ ਦਿੰਦੇ ਨੇ। ਐਸੇ ਦਇਆ ਨਿਧ ਹਨ ਮੇਰੇ ਪਾਤਸ਼ਾਹ, ਦਇਆਲ ਦਇਆ ਕਰਨ ਵਾਲੇ ਬਖਸ਼ੰਦ ਪਿਤਾ ਹਨ। ਤੇ ਆਪਣੇ ਪਿਆਰਿਆਂ ਦੇ ਔਗੁਣ ਜਿਹੜੇ ਉਹ ਮੇਟ ਦਿੰਦੇ ਹਨ ਕੰਠ ਦੇ ਨਾਲ ਲਗਾ ਕਰਕੇ। ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਦੇ ਦਾਸ ਨੇ ਨਾ, ਜੋ ਆਪਣੇ ਮਾਲਕ ਦੇ ਕੋਲੋਂ ਮੰਗਦੇ ਹਨ, ਮਾਲਕ ਉਹ ਕੁਝ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ। ਜੋ ਮੰਗਦੇ ਨੇ, ਜੋ ਮੰਗੈ ਸੋ ਲੇਵੈ, ਪ੍ਰਭ ਆਪਣੇ ਆ ਸੰਤਾ ਦੇਵੈ। ਜੋ ਮੰਗਦੇ ਨੇ ਉਹਨਾਂ ਨੂੰ ਮਿਲ ਜਾਂਦਾ। ਇੱਕ ਗੁਰਸਿੱਖ ਪਿਆਰੇ ਹੋਏ ਨੇ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਮੇਂ, ਕਹਿੰਦੇ ਸਦਾ ਹੀ ਉਹ ਸੇਵਾ ਕਰਦੇ ਰਹਿੰਦੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਕੋਈ ਵੀ ਉਹਨਾਂ ਦੇ ਪਾਸ ਆਵੇ, ਉਹਨਾਂ ਨੂੰ ਮਾਇਆ ਹੋਣੀ ਮਾਇਆ ਦੇ ਦੇਣੀ, ਕੋਈ ਪਦਾਰਥ ਹੋਣਾ, ਕੋਈ ਬਸਤਰ ਹੋਣਾ, ਲੋੜਵੰਦ ਨੂੰ ਦੇ ਦੇਣਾ। ਤੇ ਕਹਿੰਦੇ ਜਦੋਂ ਉਹਨਾਂ ਕੋਲ ਨਾ ਕੁਝ ਹੋਣਾ ਨਾ, ਜਦੋਂ ਨਾ ਕੁਝ ਹੋਣਾ ਉਹਨਾਂ ਕੋਲ, ਫਿਰ ਉਹਨਾਂ ਨੇ ਕਹਿਣਾ ਵੀ ਜਿਹੜਾ 5 ਰਜਤ ਪਣ ਦੇਗਾ ਨਾ, ਉਦੋਂ ਰਜਤ ਪਣ ਹੁੰਦੇ ਸਨ, ਆਪਾਂ ਰੁਪਈਏ ਕਹਿ ਦਿੰਦੇ ਵੀ 5 ਰੁਪਈਏ, ਵੀ ਜਿਹੜਾ 5 ਰੁਪਈਏ ਦੇਗਾ ਉਹਦੇ ਕੋਲ 1 ਪੁੱਤਰ ਹੋਵੇਗਾ। ਤੇ ਮਾਇਆ ਆਪਣੇ ਲਈ ਨਹੀਂ, ਦੂਜਿਆਂ ਦੇ ਭਲੇ ਵਾਸਤੇ। ਜਿਹੜਾ 5 ਰਜਤ ਪਣ ਦੇਗਾ ਉਹਦੇ ਕੋਲ ਪੁੱਤਰ ਹੋਵੇਗਾ। ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਕਰਨਾ। ਕਹਿੰਦੇ ਲੋਕਾਂ ਨੇ ਆਉਣਾ ਤੇ 5 ਰਜਤ ਪਣ ਦੇ ਜਾਣੇ, ਤੇ ਜਿਨ੍ਹਾਂ ਨੇ ਮਾਇਆ ਦੇਣੀ, ਉਹਨਾਂ ਦਾ ਬਚਨ ਉਹਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਪੁੱਤਰ ਹੋ ਜਾਣਾ। ਵੇਖੋ ਪ੍ਰਭੂ ਦੇ ਪਿਆਰੇ ਕੈਸੇ ਉਹਨਾਂ ਦੀ ਖੇਡ ਹੁੰਦੀ, ਕੈਸੇ ਚੋਜ ਹੁੰਦੇ ਨੇ। ਜਿਹੜਾ 5 ਰਜਤ ਪਣ ਦੇਗਾ ਉਹਦੇ ਕੋਲ ਪੁੱਤਰ ਹੋਵੇਗਾ। ਤੇ ਇਹੋ ਜਿਹੇ ਪਿਆਰਿਆਂ ਨੂੰ ਪ੍ਰਭੂ ਕਦੇ ਮੋੜਿਆ ਨਹੀਂ ਕਰਦੇ। ਹੁੰਦਾ ਸਾਰਾ ਕੁਝ ਹੈ, ਪਰ ਇੱਕ ਬਚਨ ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਖ ਮੰਗਦਾ ਹੀ ਕੋਈ ਨਹੀਂ। ਪਹਿਲੀ ਗੱਲ ਤਾਂ ਇਹ ਹੈ, ਜਿਨ੍ਹਾਂ ਦੀ ਮੰਗ ਕੋਈ ਨਾ ਰਵੇ ਉਹ ਮੰਗਦੇ ਹੀ ਕੋਈ ਨਹੀਂ। ਤੇ ਸਤਿਗੁਰੂ ਵੀ ਐਸੇ ਦਇਆ ਨਿਧ ਨੇ, ਐਸੇ ਰਹਿਮਤਾਂ ਵਰਤਾਉਣ ਵਾਲੇ ਨੇ। ਉਹ ਜਾਣਦੇ ਵੀ ਸਿੱਖ ਨੂੰ ਚਾਹੀਦਾ ਕੀ ਹੈ, ਫਿਰ ਆਪੇ ਝੋਲੀ ਵਿੱਚ ਪਾਈ ਜਾਂਦੇ ਨੇ। ਇੱਕ ਤਾਂ ਮੰਗਣਾ ਪੈਂਦਾ ਨਾ, ਇੱਕ ਨੂੰ ਲੋੜ ਆ ਉਹ ਮੰਗ ਲੈਂਦਾ। ਭਗਤ ਮੰਗਦਾ ਵੀ ਕੋਈ ਨਹੀਂ। ਤੇ ਸਤਿਗੁਰੂ ਦਇਆ ਨਿਧ ਨੇ, ਜਿਹੜੇ ਜਾਣਦੇ ਨੇ ਵੀ ਭਗਤ ਨੂੰ ਚਾਹੀਦਾ ਕੀ ਆ, ਉਹਦੀ ਝੋਲੀ 'ਚ ਆਪੇ ਹੀ ਪਾਈ ਜਾਂਦੇ। ਬਿਨਾਂ ਮੰਗਿਆ ਹੀ ਸਾਰਾ ਕੁਝ ਦੇਈ ਜਾਂਦੇ ਉਹਨਾਂ ਨੂੰ, ਭਰਪੂਰ ਕਰੀ ਜਾਂਦੇ ਉਹਨਾਂ ਨੂੰ। ਇਸ ਵਾਸਤੇ ਮਹਾਰਾਜ ਕਹਿੰਦੇ, ਜੋ ਭਗਤ ਜਨ ਪਰਮੇਸ਼ਰ ਦੇ ਘਰ ਵਿੱਚੋਂ ਮੰਗਦੇ, ਜੋ ਆਪਣੇ ਠਾਕੁਰ ਮਾਲਕ ਕੋਲੋਂ ਮੰਗਦੇ ਹਨ, ਵਾਹਿਗੁਰੂ ਕਿਰਪਾ ਕਰਕੇ ਉਹ ਦਾਤਾਂ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਉਹਾ ਸੱਚ ਹੋਵੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪ੍ਰਭੂ ਦੇ ਦਾਸ ਮੁੱਖ ਦੁਆਰਾ ਜੋ ਬੋਲਦੇ ਨੇ, ਈਹਾ ਇੱਥੇ ਤੇ ਉਹਾ ਅੱਗੇ ਦਰਗਾਹ ਵਿੱਚ ਉਹਨਾਂ ਦਾ ਬੋਲਿਆ ਸੱਤ ਹੁੰਦਾ ਹੈ। ਇਹਦਾ ਦੂਜਾ ਅੰਤਰੀਵ ਭਾਵ ਹੈ ਕਿ ਪ੍ਰਭੂ ਦੇ ਪਿਆਰੇ, ਪ੍ਰਭੂ ਦੇ ਦਾਸ, ਜੋ ਗੁਰੂ ਨੇ ਮੁੱਖ ਦੁਆਰਾ ਬਾਣੀ ਉਚਾਰਨ ਕੀਤੀ ਹੈ, ਜਿਹੜੇ ਉਸ ਬਾਣੀ ਨੂੰ ਮੁੱਖ ਦੁਆਰਾ ਬੋਲਦੇ ਨੇ, ਇੱਥੇ ਵੀ ਸੱਚ ਨੇ ਤੇ ਉਹ ਦਰਗਾਹ ਵਿੱਚ ਵੀ ਸੱਚ ਨੇ। ਇੱਥੇ ਵੀ ਉਹ ਸੱਤ ਨੇ, ਦਰਗਾਹ ਵਿੱਚ ਵੀ ਉਹ ਸੱਤ ਨੇ। ਤੇ ਉਹਨਾਂ ਦਾ ਕਹਿਆ ਇੱਥੇ ਵੀ ਸੱਤ ਹੈ ਤੇ ਉਹਨਾਂ ਦਾ ਕਹਿਆ ਦਰਗਾਹ ਵਿੱਚ ਵੀ ਸੱਤ ਹੈ। ਜਾ ਕਾ ਕਹਿਆ ਦਰਗਹ ਚੱਲੈ। ਇੱਥੇ ਤਾਂ ਘਰ ਵਿੱਚ ਮਨੁੱਖ ਨੂੰ ਕੋਈ ਬਾਤ ਆਪਣੀ ਮਨਾਉਣੀ ਔਖੀ ਹੋ ਜਾਂਦੀ ਹੈ, ਤੇ ਪ੍ਰਭੂ ਦੇ ਪਿਆਰਿਆਂ ਦੀ ਗੱਲ ਤਾਂ ਦਰਗਾਹ ਵਿੱਚ ਵੀ ਮੰਨੀ ਜਾਂਦੀ ਹੈ, ਪਰਮੇਸ਼ਰ ਦੇ ਘਰ ਤਾਂ ਹੀ ਮੰਨੀ ਜਾਂਦੀ ਹੈ। ਇਹ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਗੁਰਦੇਵ ਪਿਤਾ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਸਾਡੇ ਸਾਰਿਆਂ ਤੇ ਰਹਿਮਤ ਕਰਨ ਵਾਲਾ ਪ੍ਰੀਤਮ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਇਆਨਿਧ ਸੁਆਮੀ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਆਪਣੇ ਦਰ ਘਰ ਦਾ ਪ੍ਰੇਮ ਪਿਆਰ ਸਾਨੂੰ ਬਖਸ਼ਿਸ਼ ਕਰਨ ਜੀ। ਸਤਿਗੁਰਾਂ ਦੀ ਪਵਿੱਤਰ ਬਾਣੀ ਅਗਾਧ ਬੋਧ ਹੈ। ਪਾਵਨ ਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਧੰਨਵਾਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਔਰ ਗੁਰੂ ਘਰ ਦੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਜਿਤਨੇ ਵੀ ਪ੍ਰੇਮੀ ਗੁਰੂ ਘਰੋਂ ਵਰਸਾਏ ਹੋਏ ਸੇਵਾਦਾਰ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ ਹੈ। ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਬ ਸੰਗਤਾਂ ਦਾ ਧੰਨਵਾਦ। ਗਿਆਨੀ ਕਿਰਪਾਲ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਦਮ ਸਹਿਯੋਗ ਕੀਤਾ ਔਰ ਗੁਰੂ ਸਾਹਿਬ ਨੇ ਰਹਿਮਤਾਂ ਕਰਕੇ ਆਪਣੇ ਦਰ ਉੱਪਰ ਤਖਤ ਸਾਹਿਬ ਤੇ ਸੇਵਾ ਬਖਸ਼ਿਸ਼ ਕੀਤੀ ਹੈ। ਆਓ ਅਖੀਰਲੀਆਂ ਪੰਕਤੀਆਂ ਪ੍ਰੇਮ ਨਾਲ ਸਰਵਣ ਕਰਕੇ समाप्ति करिए जी। हाँ जी। जो मांग है ठाकुर अपने ते सोई सोई देवै, नानक दास मुख ते जो बोलै, ईहा ऊहा सच होवै। वाहिगुरु जी का खालसा वाहिगुरु जी की फतेह। तुमरी गत मित तुम्हें जान, नानक दास सदा। एक ओंकार। वाहिगुरु जी की फतेह। श्री भगवती सहाय। वार श्री भगवती की पातशाही दशमी। प्रथम भगवती सिमर के गुरु नानक ले ते आए। फिर अंगद गुर ते अमरदास रामदास से होई सहाय। अर्जन हर गोबिंद नो सिमरो श्री हर राय। श्री हर किशन ध्याइयै जिह डिठे सब दुख जाए। तेग बहादुर सिमरियै कर नौ निध आवे ताए। सब थाई हुए सहाय। दसवें पातशाह श्री गुरु गोबिंद सिंह जी महाराज
अमृत के दाते पंथ के वाली सब थाई हुए सहाय जहरा जहूर हाजरा हजूर सर्व कला भरपूर नाम बानी दे जहाज चवरे छतर दे मालक धन धन श्री गुरु ग्रंथ साहिब जी दे पाठ दर्शन दीदार दा ध्यान खालसा जी बाला जी पंजा प्यारियां चौहा साहिब जदियां 40 मुक्तियां हठियां जपियां तपियां जिना नाम जपिया वन के छकिया देख चलाई तेग वाही देख के अनडेह कीता तिना प्यारियां सचियारियां दी कमाई दा ध्यान धर खालसा जी बाला जी जिन्ना सिंगा सिंगनिया ने धर्म है सी दीते बन बन कटवाई खोपरियां लोहाइयां तन आरियां चिराए गए गुरुद्वारे ली सेवा ली कुर्बानियां कीतियां धर्म नहीं हारिया सिक्खी के स्वासा नाल निभाया तिना दी कमाई दा ध्यान धर खालसा जी बाला जी पंजा तख्तां सर्वत्र गुरुद्वारियां दा ध्यान धर खालसा जी बाला जी तखत श्री हरमंदर जी पटना साहिब जी दे पावन दर्शन दीदार कर दे होए ध्यान तर खालसा जी बाला जी तीर्थ में सर्वत्र खालसा जी की अरदास है सर्वत्र खालसा जी को वाहे गुरु वाहे गुरु वाहे गुरु चितावे चिता उनका सदका सर्व सुख होवे जहाँ जहाँ खालसा साहिब तहाँ तहाँ रक्षा रियत देख देख फतेह बिरद की पैज पंथ की जीत श्री साहिब जी सहाय खालसा जी के बोल वाले बोलो जी सिखा नू सिखी दान के दान रह दान विवेक दान विसादान भरोसा दान दाना सिर दान नाम दान श्री अमृतसर दे दर्शन स्नान चौकिया चंडे बुंगे जुगो जुग अटल धर्म का जयकार खालसा जी बोलो जी सिखा दा मन नीवा मत ऊंची मत पद रख आप काल पुरख वाहे गुरु हे निमानिया दे मान नितानिया दे तान नियोटिया दे ओट धन धन श्री गुरु नानक देव जी महाराज धन धन श्री गुरु गोबिंद सिंह जी महाराज धन धन दसा पातशाहियां जोत श्री गुरु ग्रंथ साहिब जी महाराज
आप जी दे चरण कमल अरदास बेनती है। आप जी दे तखत सचखंड दरबार विखे सवेर दे दीवान सजे। गुरबानी शब्द कीर्तन चौपाई अनंद साहिब जी दे पाठ होए। गुर शब्द विचार कथा होई। बानी पढ़दियां गुर शब्द विचार करदियां हुइयां भुलां गलतियां दी खिमा बख्शो। अगे वाते सुध बानी पढ़न दा बल उदम बख्शो। गुरबानी पढ़ी सुनी दा पाव दर आइयां संगतां दे हिरदियां विच वसाओ। सब संगत गुरमुख माई पाई ने हाजरी भरी है। सब दी हाजरी परवान करो। तिलभ बेटा माया करा प्रसादी देगा। आद पेटावां पेट कीतियां सब दियां शुभ मनोकामना पूरियां करो। परवारा वे सुख शांति देह रोगता चढ़दी कला किरत कमाइयां वादे कारोबार सफलता। दरों करों सारी संगत नू खुशियां बख्शो। नाम वाली ना प्यार औगना बिगना दे नाश करो। सुखा दे प्रकाश करो। नाम दान गुर सिखी जीवन बख्शो। सिर ते मेहर भरिया हथ रखो। आप जी दे हजूर पावन करा प्रसादी देग सज के हाजिर है। हुन लावो भोग हर आए। आप जी को भोग लगे अमृत रूप प्रसाद। साध संगत दे रसनी लायक होए। सुख होवे नाम चितावे। नानक नाम चढ़दी। वाहिगुरु जी का खालसा वाहिगुरु जी की फतेह। दोहरा आज्ञा भई अकाल की तवे चलाए। सबसे खन को हुक्म है गुरु मान्यो। गुरु ग्रंथ जी प्रगट गुरादि दे। जो प्रभु को मिल बुझ है खोज शब्द में राज करे का खालसा की रहना। ख्वार होए सब मिलेंगे बचे शरण जो। खंड जग हाथ में कलगी सोहे। सो हमारी रक्षा करे कलगी तर जग। वाहिगुरु नाम जहाज है चढ़े सुतरे। जो श्रद्धा कर से मुदे गुर पार उतारन। जो श्रद्धा कर से मुदे गुर बोले वाहिगुरु जी का खालसा वाहिगुरु जी की फतेह।
सतनाम श्री वाहिगुरु साहिब जी। पतित उदाहरण सतगुर मेरा, मोहे तिसका परवासा। बख्श लाए सब सच्चे साहिब, सुन नानक की अरदास। सुकाओ टाल गुर सेविय, सहज शुभ दर्शन परसिय। गुरु का जन्म मरण दुख, होवै सिबत खसम दे। नूर अरसों कुरसों तुद दिठे सचे पातशाह। मल जन्म जन्म दी कटिया। सतनाम श्री वाहिगुरु साहिब जी। तनासरी महला पंजवा। चतुर दिशा कीनो बल अपना। सिर ऊपर करता कृपा कटाख अवलोकन कीनो। दास का दुख बिदारिया। चतुर दिशा कीनो बल अपना। सिर ऊपर करता कृपा कटाख अवलोकन कीनो। दास का दुख बिदारिया। हर जन राखे गुर गोबिंद। कंठ लाए अवगुण सब मेटे। दयाल पुरख बख्शंद। जो मांग है ठाकुर अपने ते। सोई सोई देवा। नानक दास मुख तेजो बोला। इहाँ उहाँ सच होवा। जो मांग है ठाकुर अपने ते। सोई सोई
नानक दास मुख ते जो बोलै, इहा उहा सच होवै। वाहिगुरु जी का खालसा, वाहिगुरु जी की फतेह। दास जान कर दास पर, कीजै कृपा अपार। आप हाथ दे राख मोहे, मन क्रम बचन विचार। तेरे जोर मैं गूंगा कहता हूँ, तेरा सदका तेरी शरण। तेरा सदका तेरी शरण। वाहिगुरु जी अथ दलीप को राज कथनं तोटक छंद। रणमो जब मान महीप हए, तब आन दिलीप दिलीस भये। बहु भंतन दानव दीह दले, सब ठौर सबो उठ धर्म पले चौपई। जब नृपहना मान दाता बर, शिव तरसूल कार धर लवनासुर। भयो दलीप जगत को राजा, भांत भांत जेह राज बेराजा। महारथी और महान नृपारा, कनक अवट सांचे जन ढारा। अत सुंदर जन मदन स्वरूपा, जानक बने रूप के भूपा। बहु विद करे जग विस्तारा, विदवत होम दान मख सारा। धर्म तुझा जह तहां बेराजी, इंद्रावती निरख दुत लाजी। पग पग जग खंभ कहो गाडा, घर घर अन्न साल कर छाडा। भूखा नाग जो आवत कोई, तत छिन इच्छ पुरावत सोई। जो जिह मुख मांगा सो पावा, विमुख आस फिर पिछक न आवा। धाम धाम तुझ धर्म बधाई, धर्मावती निरख मुरछाई। मूर्ख कोई रह नहीं पावा, बार बूढ़ सब सोध पढ़ावा। कर कर होत भई हर सेवा, जह तह मान सबै गुरदेवा। एह बिदराज दिलीप बडो कर, महारथी और महाधनुर धर। कोक शास्त्र सिमरत सुर ज्ञाना, जोतवंत 10 चार निधाना। एह बिद
राज दिलीप बड़ो कर, महारथी अर महाधनुर धर, कोक शास्त्र सिमरत सुर ज्ञाना, जोतवंत 10 4 निधाना। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। तहीं प्रकाश हमारा पायो, पटना शहर विखे पाव लयो। हेमकुंदे तपस्वी साहिब श्री गुरु गोबिंद सिंह जी महाराज इस पावन स्थान ते अवतार धारिया। अवतार धारण तो बाद सतगुरु जी महाराज जी जदों पंजाब नूं जान लगे, नगर निवासी संगतां नूं पता लग्या, बेनती कीती सतगुरु जी महाराज जी आप जी पंजाब नूं जा रहे हो, साडा नियम बन चुकिया है। आप जी दा दर्शन करके ही असी अन्न जल छकदे हां। किरपा करो सानू इत्थे ही सदा लई दर्शन दीदार बख्शो। सतगुरु जी महाराज जी संगतां नूं धीरज दिंदियां होइयां फरमाया कि असी बाल अवस्थाए पंगूरा साहिब ते विराजमान हो रहा हां अते सारे गात्रे दा शस्त्र छड़ के जा रहा हां। जो श्रद्धा भावना दे नाल साडे शस्त्रां दे दर्शन करेगा, उन्हां नूं साडे दर्शनां दे परतक फल प्राप्त होवेगा। आखो धन श्री गुरु गोबिंद सिंह जी महाराज, फिर आखो धन श्री गुरु गोबिंद सिंह जी महाराज। इहन बाल अवस्था दा शस्त्र, आओ आप दर्शन करिए। बोले सो यह सैफ सतगुरु जी गात्रे धारण करया कर दे सन। यह दो चक्कर दुमाले उते दस्तार उते सजाया कर दे सन। यह चक्री दुमाले दे हेठां केसा दे जूरे विच सजाया कर दे सन।
ਬਹਿ ਜਾ ਬਹਿ ਜਾ। ਇਹ ਹੈ ਖੰਡਾ ਦੁਮਾਲੇ ਉਤੇ ਦਸਤਾਰ ਉਤੇ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਗਾ, ਇਹਦੇ ਨਾਲ ਸਤਿਗੁਰ ਜੀ ਕੇ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਇਹਦਾ ਦੂਜਾ ਨਾਮ ਬਾਗ ਨਖੀ ਹੈ। ਸਤਿਗੁਰ ਜੀ ਕਮਰ ਕਸੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਸਤਿਗੁਰ ਜੀ ਦਾ ਕਮਰ ਕਸੇ ਦਾ ਸ਼ਸਤਰ ਹੈ। ਇਹ ਹੈ ਮਿੱਟੀ ਦਾ ਗੁਲੇਲਾ, ਇਹਦੇ ਨਾਲ ਸਤਿਗੁਰ ਜੀ ਬਾਲ ਅਵਸਥਾ ਵਿੱਚ ਚੋਜ ਕਰਿਆ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ। ਨਗਰ ਨਿਵਾਸੀ ਬੀਬੀਆਂ ਉਸ ਖੂਹ ਤੋਂ ਜਲ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ। ਸਤਿਗੁਰੂ ਜੀ ਮਹਾਰਾਜ ਜੀ ਗੁਲੇਲੇ ਮਾਰ ਕੇ ਉਹਨਾਂ ਦੇ ਘਰੇ ਤੋਰ ਦਿੰਦੇ ਹਨ। ਬੀਬੀਆਂ ਨੇ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਪਰਿਵਾਰ ਹਾਂ, ਲਾਲ ਜੀ ਸਾਡੇ ਗੁਲੇਲੇ ਮਾਰ ਕੇ ਘਰਾਂ ਤੋੜ ਦਿੰਦੇ ਹਨ। ਮਾਤਾ ਜੀ ਕਹਿਣ ਲੱਗੇ, ਤੁਸੀਂ ਲੋਹੇ ਤਾਂਬੇ ਪੀਤਲ ਦੇ ਘਰਾਂ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਟੁੱਟਣਗੇ। ਬੀਬੀਆਂ ਲੋਹੇ ਤਾਂਬੇ ਪੀਤਲ ਦੇ ਘਰਾਂ ਲਿਆਉਣ ਲੱਗੀਆਂ। ਸਤਿਗੁਰੂ ਜੀ ਮਹਾਰਾਜ ਜੀ ਲੋਹੇ ਦੇ 4 ਤੀਰ ਤਿਆਰ ਕਰ ਲਏ। ਕੁਝ ਸਮੇਂ ਬੀਤਣ ਦੇ ਬਾਅਦ ਇੱਕ ਬੀਬੀ ਜਲ ਭਰ ਕੇ ਜਾ ਰਹੇ ਸੀ। ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਬੀਬੀ ਬਹਿ ਕੇ ਰੋਣ ਲੱਗੀ। ਹਵੇਲੀ ਵਿੱਚ ਮਾਤਾ ਜੀ ਬਾਹਰ ਨਿਕਲੇ, ਵੇਖਿਆ ਲਾਲ ਜੀ ਉਹ ਰੋ ਰਹੀ ਹੈ, ਤੁਸੀਂ ਹੱਸ ਰਹੇ ਹੋ। ਹਾਂ ਮਾਤਾ ਜੀ, ਅਸੀਂ ਕੋਈ ਹਾਸਾ ਮਖੌਲ ਨਹੀਂ ਕੀਤਾ, ਅਸੀਂ ਤਾਂ ਭਲਾ ਹੀ ਕੀਤਾ ਹੈ। ਇਹਦੇ ਘਰ ਵਿੱਚ ਜ਼ਹਿਰੀਲਾ ਸੱਪ ਸੀ, ਅਸੀਂ ਸੱਪ ਨੂੰ ਮਾਰਿਆ ਹੈ। ਮਾਤਾ ਜੀ ਸੰਗਤਾਂ ਦੇ ਨਾਲ ਕੋਲ ਜਾ ਕੇ ਵੇਖਿਆ, ਵਾਕਈ ਹੀ ਤੀਰ ਦੇ ਨੁਖੀ ਨਾਲ ਸੱਪ ਰਿੰਨਿਆ ਹੋਇਆ ਮਰਿਆ ਹੋਇਆ ਹੈ। ਸਾਰੇ ਸੰਗਤਾਂ ਦੀਆਂ ਸਿਰ ਸਰਧਾ ਦੇ ਨਾਲ ਝੁਕ ਗਏ। ਮਾਤਾ ਜੀ ਨੇ ਬਚਨ ਕੀਤਾ, ਹੋਵੇ ਨਾ ਖੂਹ ਦਾ ਜਲ ਹੀ ਖਾਰਾ ਹੋ ਜਾਏ। ਮਾਤਾ ਜੀ ਦੇ ਮੁਖੋਂ ਬਚਨ ਨਿਕਲਣ ਦੀ ਦੇਰ ਸੀ, ਖੂਹ ਦਾ ਜਲ ਖਾਰਾ ਹੋ ਗਿਆ। ਨਗਰ ਨਿਵਾਸੀ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਇਸੀ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਦੇ ਸਨ, ਕਿਰਪਾ ਕਰੋ ਬਚਨ ਕਰ ਦੋ, ਖੂਹ ਦਾ ਜਲ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ ਕਿ ਜੋ ਬਚਨ ਹੋਣਾ ਸੀ ਹੋ ਗਿਆ। ਹਾਂ ਤੁਸਾਂ ਬੇਨਤੀ ਕੀਤੀ ਹੈ, ਅਸੀਂ ਬਚਨ ਕਰਦੇ ਹਾਂ ਕਿ ਦੂਰੋਂ ਨੇੜੋਂ ਸੰਗਤਾਂ ਇਸ ਪਾਵਨ ਅਸਥਾਨ ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਣਗੀਆਂ, ਫਿਰ ਖੂਹ ਦਾ ਜਲ ਮਿੱਠਾ ਹੋ ਜਾਏਗਾ। ਮਾਤਾ ਜੀ ਦੇ ਬਚਨ 47 ਤੋਂ ਬਾਅਦ ਪੂਰੇ ਹੋਏ। ਹੁਣ ਖੂਹ ਦਾ ਜਲ ਮਿੱਠਾ ਹੈ। ਸੰਗਤਾਂ ਅੰਮ੍ਰਿਤ ਰੂਪ ਜਾਣ ਕੇ ਚੂਲੇ ਲੈਂਦੇ ਹਨ। ਇਹ ਹੈ ਆਲੇ ਦੁਆਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਘਰਾਂ
ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖੜਾਵਣ। ਆਓ ਆਪ ਦਰਸ਼ਨ। ਬੋਲੇ ਸੋ ਨਿਹਾਲ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖੜਾਂ ਚੰਦਨ ਦੀਆਂ ਬਣੀਆਂ ਹਨ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲ ਦੇ ਖੜਾਂ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਹਨ। ਇਹ ਹੈ ਭਗਤ ਕਬੀਰ ਜੀ ਦੀ ਖੱਡੀ। ਇਹਦੇ ਨਾਲ ਭਗਤ ਕਬੀਰ ਜੀ ਕਪੜਾ ਬੁਣਿਆ ਕਰਦੇ ਸਨ। ਕਾਂਸੀ ਵਿੱਚ ਇੱਕ ਮਾਤਾ ਜੀ ਕੋਲ ਸੀ। ਉਹਨਾਂ ਨੇ ਤਖਤ ਸਾਹਿਬ ਤੇ ਭੇਟ ਕਰ ਦਿੱਤੀ। ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਅੰਦਰੀ ਪਰਿਕਰਮਾ ਕਰੋਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 15 ਸਾਲ ਅਵਸਥਾ ਹੈ। ਚੋਲਾ ਸਾਹਿਬ ਹੈ, ਸੀਸੇ ਵਿੱਚ ਜੜਿਆ ਹੋਇਆ ਹੈ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਇਲਾਵਾ ਹੋਰ ਵੀ ਗੁਰਦੁਆਰੇ ਹਨ। ਪਹਿਲਾ ਗੁਰਦੁਆਰਾ ਹੈ ਗਊ ਘਾਟ, ਦੂਜਾ ਗੁਰਦੁਆਰਾ ਹੈ ਕੰਗਨ ਘਾਟ, ਤੀਜਾ ਗੁਰਦੁਆਰਾ ਹੈ ਬਾਲ ਲੀਲਾ, ਚੌਥਾ ਗੁਰਦੁਆਰਾ ਹੈ ਗੁਰੂ ਕਾ ਬਾਗ, ਪੰਜਵਾਂ ਗੁਰਦੁਆਰਾ ਹੈ ਹਾਂਡੀ ਸਾਹਿਬ ਦਾਨਾਪੁਰ, ਛੇਵਾਂ ਗੁਰਦੁਆਰਾ ਹੈ ਸੋਨਾ ਟੋਲੀ, ਸਤਵਾਂ ਗੁਰਦੁਆਰਾ ਹੈ ਸੀਤਲ ਕੁੰਡ ਰਾਜਗੀਰ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ ਹਨ। ਇਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਹ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮੇ। ਇਸੇ ਤਰ੍ਹਾਂ ਹੋਰ ਵੀ ਹੁਕਮਨਾਮੇ ਹਨ। ਹੁਣ ਕੜਾ ਪ੍ਰਸਾਦ ਦੀ ਦੇਗ ਵਰਤ ਰਹੀ ਹੈ। ਬਿਲਾਵਲ ਦੀ ਚੌਂਕੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਗਿਆਨੀ ਪ੍ਰਿਤਪਾਲ ਸਿੰਘ ਜੀ ਹੈਡ ਗ੍ਰੰਥੀ ਅਤੇ ਗਿਆਨੀ ਅਵਤਾਰ ਸਿੰਘ ਕਥਾਵਾਚਕ ਪਟਿਆਲੇ ਵਾਲੇ ਸੱਚੇ ਪਾਤਸ਼ਾਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰੀ ਵਿੱਚ ਆਪ ਜੀ ਨੂੰ ਕਥਾ ਸਰਵਣ ਕਰਾ ਕੇ ਆਪ ਜੀ ਦਾ ਉਹਨਾਂ ਨੂੰ ਆ ਕੇ ਆਪਣੇ ਸਿਰੇ ਪਾਉ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਪ੍ਰਿਤਪਾਲ ਸਿੰਘ ਜੀ ਤੇ ਗਿਆਨੀ ਅਵਤਾਰ ਸਿੰਘ ਜੀ ਕਥਾ।